ਅਨ ਗੁਰੂ ਨਾਨਕ ਬਾਹੇ ਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੋਨੀ ਸੈਭੰ ਗੁਰ ਪ੍ਰਸਾਦਿ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ जैसे हम सतगुर राख लिए छुड़ाए तू गुर पिता तू है गुर माता तू गुर बंधव मेरा सखा सखाए जो हमारी बिद होती मेरे सतगुरा साबिद तुम हर जानो आपे हम रुलते फिरते कोई बात न पूछता गुर सतगुर संग कीरे हम थापे तन तन गुरु नानक जन केरा ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਧੰਨ ਵਾਹਿਗੁਰੂ ਸਾਹਿਬ ਜੀਓ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਵਣ ਗੁਣ ਪ੍ਰਾਨਪਤ ਮਿਲੋ ਮੇਰੀ ਮਾਈ ਰਹਾਓ ਰੂਪਹੀਣ ਬੁੱਧ ਬਲਹੀਨ ਮੋਹਿ ਪਰਦੇਸਨ ਦੂਰ ਤੇ ਹਾਈ ਨਾਹਿਨ ਦਰਬ ਨਾ ਜੋਬਨ ਮਾਤੀ ਮੋਹਿ ਅਨਾਥ ਕੀ ਕਰੋ ਸਮਾਈ ਖੋਜਤ ਖੋਜਤ ਭਈ ਬਰਾਗਣ ਪ੍ਰਭ ਦਰਸ਼ਨ ਕੋ ਹਉ ਫਿਰਤ ਤਸਾਹੀ ਦੀਨ ਦਿਆਲ ਕਿਰਪਾਲ ਪ੍ਰਭੂ ਨਾਨਕ ਸਾਧ ਸੰਗ ਮੇਰੀ ਜਲਨ ਬਜਾਈ ਤਖਤ ਚਵਰ ਛਤਰ ਦੇ ਸਦੀਵੀ ਮਾਲਕ ਸ਼ਬਦ ਗੁਰੂ ਸਦੀਵੀ ਗੁਰੂ ਸੱਚਾ ਗੁਰੂ ਕਰਨ ਕਾਰਨ ਸਮਰੱਥ ਗੁਰੂ ਸੱਚਖੰਡ ਦਾ ਮਾਲਕ ਗੁਰੂ ਹਲਤ ਪਲਤ ਸਵਾਰਨਹਾਰ ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੱਚੇ ਪ੍ਰੀਤਮ ਦੀ ਗੋਦ ਵਿੱਚ ਸਜੀਆਂ ਹੋਈਆਂ ਗੁਰੂ ਪਿਆਰੀਆਂ ਗੁਰੂ ਸਵਾਰੀਆਂ ਗੁਰੂ ਰੂਪ ਸਾਧ ਸੰਗਤ ਸੱਚੇ ਪਾਤਸ਼ਾਹ ਕਰੋ ਮਿਹਰ ਦੀ ਨਿਗਾਹ ਇਸ ਜੀਵ ਇਸਤਰੀ ਤੇ ਆਪ ਦੇ ਸ਼ਬਦ ਦੀ ਵਿਚਾਰ ਆਪ ਕਰਵਾਓ ਦਿਓ ਸਾਰੀ ਸੰਗਤ ਅਸ਼ੀਰਵਾਦ ਸਾਰੀਆਂ ਰਲ ਕੇ ਸੱਚੇ ਪਾਤਸ਼ਾਹ ਪ੍ਰੀਤਮ ਦੇ ਚਰਨਾਂ ਵਿੱਚ ਜੁੜ ਕੇ ਬੁਲਾਓ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਦਾ। ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਡਾ ਜੇ ਸਾਨੂੰ ਜਨਮ ਦਿੱਤਾ ਹੈ, ਆਪਦੇ ਲੜ ਲਾਇਆ ਹੈ, ਤਾਂ ਸਾਨੂੰ ਆਪਦੇ ਠੀਕ ਰਸਤੇ ਤੇ ਮਹਾਰਾਜ ਕਿਰਪਾ ਕਰਕੇ ਲਿਜਾ ਰਹੇ ਨੇ, ਮਿਹਰ ਕਰ ਰਹੇ ਨੇ। ਜਿਹਨੇ ਸਾਹਾਂ ਦੀ ਪੂੰਜੀ ਹੈ ਉਹ ਸਫਲ ਕਰਾਈ ਹੈ। ਇਹਨਾਂ ਦਾ ਧੰਨਵਾਦ ਜੀਵ ਨਹੀਂ ਦੱਸ ਸਕਦੀ ਕਿਉਂ ਦਿੱਤੀ ਇਹਨਾਂ ਨੇ। ਪਾਤਸ਼ਾਹ ਤੁਹਾਡੀ ਉਪਮਾਨ ਤੁਸੀਂ ਹੀ ਜਾਣਦੇ ਹੋ। ਆਓ ਕਵਣ ਗੁਣ ਪ੍ਰਾਣ ਪੁੱਤ ਮਿਲੋ ਮੇਰੀ ਮਾਈ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰੱਬ ਨਾਲ ਮਿਲਾਉਣ ਦੀ, ਪ੍ਰੀਤਮ ਨਾਲ ਮਿਲਾਉਣ ਦੀ। ਪ੍ਰੀਤਮ ਦੇ ਅਰਥ ਨੇ ਜੋ ਪ੍ਰੀਤ ਨਾਲ ਮਿਲਦਾ ਹੈ, ਪ੍ਰੇਮ ਨਾਲ ਮਿਲਦਾ ਹੈ। ਸਾਰੀ ਸ੍ਰਿਸ਼ਟੀ ਦਾ ਪ੍ਰੀਤਮ ਇੱਕ ਹੈ। ਅਸੀਂ ਸਾਰੀਆਂ ਜੀਵ ਆਤਮਾ ਇਸਤਰੀਆਂ ਕੂੜ ਦੇ ਸਰੀਰ ਜ਼ਰੂਰ ਭਿੰਨ ਭਿੰਨ ਨੇ। ਨਰ ਤੇ ਨਾਰੀ ਦਾ ਖੇਲ ਬਣਾਇਆ ਆਪ ਹੀ ਉਹਨੇ, ਪਰ ਅੰਦਰ ਸਾਰੀ ਜੀਵ ਇਸਤਰੀ ਹੈ, ਆਤਮਾ ਹੈ। ਉਹਦੀਆਂ ਗੱਲਾਂ ਨੇ ਸਾਰੀਆਂ, ਉਹੀ ਭੁੱਲੀ ਹੋਈ ਆ, ਉਹੀ ਉਹਨੇ ਮਿਲਾਪ ਕਰਨਾ। ਤੇ ਸਾਡੇ ਇਸ ਸਰੀਰ ਦੇ ਵਿੱਚ ਪ੍ਰਾਣਾਂ ਦਾ ਪਤੀ ਵੀ ਉਹੀ ਹੈ, ਸਾਹਾਂ ਦਾ। ਉਹਨੂੰ ਮਿਲਣਾ ਹੈ। ਕਿਹੜੇ ਗੁਣ ਹੋਣ? ਦੇਖੋ ਕੁਐਸਚਨ। ਜਿਹਦੇ ਨਾਲ ਮੈਨੂੰ ਉਹ ਮੇਰਾ ਪ੍ਰਾਣਾਂ ਦਾ ਪਤੀ ਮਿਲ ਜੇ, ਪ੍ਰੀਤਮ, ਆਤਮਾ ਦੀ ਪੁਕਾਰ ਹੈ। ਰੂਪਹੀਣ, ਬੁੱਧ ਬਲਹੀਣ, ਮੋਹ ਪ੍ਰਦੇਸ਼ਨ ਦੂਰ ਤੇ ਆਈ। ਅਸੀਂ ਸਾਰੀ ਅੱਜ ਦੇ ਨਹੀਂ ਜੰਮੇ ਹੋਏ। ਸਾਨੂੰ ਸਾਰੀ 84 ਲੱਖ ਜੂਨ ਦੇ ਵਿੱਚ ਹਰੇਕ ਸਰੀਰ ਮਿਲਿਆ ਸੀ ਬਹੁਤ ਦੂਰੋਂ। ਤੇ ਹੁਣ ਉਹਨੂੰ ਤਰਸ ਆਇਆ ਵੀ ਮੈਂ ਇਸ ਜੀਵ ਇਸਤਰੀ ਨੂੰ, ਜੀਵ ਆਤਮਾ ਨੂੰ ਜੋ ਮਨੁੱਖਾ ਜਨਮ ਦੇਵਾਂ। ਇਹ ਵੀ ਜੂਨ ਹੈ, ਸ਼੍ਰੋਮਣੀ ਜੂਨ ਹੈ, ਜਿਹਦੇ 'ਚ ਰੱਬ ਮਿਲਦਾ ਹੈ। ਮੈਂ ਇਹਨੂੰ ਦੇਵਾਂ, ਇਹ ਮੇਰੇ ਨਾਲ ਮਿਲਾਪ ਹਾਸਲ ਕਰ ਲਵੇ। ਤੇ ਪਰੰਤੂ ਅਸੀਂ ਦੇਸ਼, ਸੱਚਖੰਡ, ਅਗਲੀ ਦੁਨੀਆ, ਸੱਚੀ ਦੁਨੀਆ, ਉਹ ਸਾਡਾ ਅਸਲੀ ਦੇਸ਼ ਹੈ। ਤੇ ਜਿਹੜੀ ਦੁਨੀਆ ਵਿੱਚ ਅਸੀਂ ਆ ਗਏ ਹਾਂ, ਇਹ ਇੱਥੇ ਸਭ ਕੁਛ ਕੂੜ ਹੈ, ਮਾਇਆ ਦਾ ਦੇਸ਼, ਮਿਰਤ ਮੰਡਲ ਹੈ। ਜੱਗ ਸਾਜਿਆ, ਜਿਹੜੇ ਜੱਗ 'ਚ ਬੈਠੇ ਆ, ਆਪਾਂ ਨੂੰ ਬਾਇਆ ਹੋਇਆ ਲਿਆ ਕੇ। ਤੇ ਹੁਣ ਪ੍ਰਦੇਸ਼ਣ ਇਹਦੇ ਉਸ ਦੇਸ਼ ਦੀ ਵਾਸੀ ਹੈ ਜੀਵਾਤਮਾ। ਪਤੀ ਵੀ ਉਸ ਦਾ ਇਸ ਦਾ ਹੈ, ਅੰਦਰਲੀ ਸੱਚੀ ਆਤਮਾ ਹੈ। ਪਰੰਤੂ ਇਸ ਦੇਸ਼ 'ਚ ਜਦੋਂ ਆ ਗਈ ਤਾਂ ਪ੍ਰਦੇਸ਼ ਬਣ ਜਾਂਦਾ ਹੈ। ਪ੍ਰਦੇਸ਼ 'ਚ ਆ ਗਏ ਨਾ, ਦੇਸ਼ ਤਾਂ ਭੁੱਲ ਗਏ। ਦੇਸ਼ ਪ੍ਰੀਤਮ ਵੀ ਭੁੱਲ ਗਏ, ਅੱਜ ਦਿਸਦਾ ਨਹੀਂ ਹੈ। ਤੇ ਪਰੰਤੂ ਸਾਨੂੰ ਸਮਾਂ ਦਿੱਤਾ ਹੈ ਵੀ ਇੰਨਾ ਚਿਰ ਹੀ ਤੂੰ ਪ੍ਰਦੇਸ਼ ਵਿੱਚ ਰਹਿਣਾ ਹੈ। ਇੰਨੇ ਸਮੇਂ ਵਿੱਚ ਹੀ ਤੂੰ ਮੈਨੂੰ, ਮੇਰੇ ਨਾਲ ਮਿਲਾਪ ਹਾਸਲ ਕਰਨਾ ਹੈ, ਮੇਰੇ ਦਰਸ਼ਨ ਕਰਨੇ ਆ। ਮੇਰੇ ਨਾਲ ਆ ਜਿਹੜਾ ਹੁਣ ਆਪਾਂ ਸ਼ਬਦ ਤਾਂ ਪੜ੍ਹ ਲਿਆ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਇਹ ਸੱਚੇ ਪ੍ਰੀਤਮ ਦਾ ਰਸ ਹੈ, ਅੰਮ੍ਰਿਤ। ਇਹ ਪੀਣ ਆਈਆਂ ਸੀ। ਇਹ ਹੁਣ ਜਿੰਨਾ ਚਿਰ ਪ੍ਰੀਤਮ ਨਹੀਂ ਮਿਲਦਾ, ਪ੍ਰੀਤਮ ਦਾ ਦਰਸ਼ਨ ਨਹੀਂ ਮਿਲਦਾ, ਉਹਨੇ 'ਚ ਸਾਨੂੰ ਇਹ ਮਿਲਣਾ ਨਹੀਂ।
ਉਹਨਾਂ ਚਿਰ ਨਹੀਂ ਮਿਲਣਾ। ਜੇ ਸਾਡੀ ਇਸ ਅੰਮ੍ਰਿਤ ਪੀਣ ਵੱਲ ਦੀ ਨੀਤ ਹੀ ਨਹੀਂ ਹੈ, ਅਸੀਂ ਤਾਂ ਪਿਆਰ ਹੀ, ਇਹ ਪਿਆਰ ਨਾ ਮਿਲਣਾ ਹੈ। ਪ੍ਰੇਮ ਰਸ ਵੀ ਇਹਨੂੰ ਕਹਿੰਦੇ ਆ, ਇਹਨੂੰ ਹਰ ਰਸ ਵੀ ਕਹਿੰਦੇ ਆ। ਇਹ ਖਜ਼ਾਨਾ ਹੈ। ਇੱਕ ਗੱਲ ਦੇਖੋ ਤੁਸੀਂ, ਇੱਥੇ ਖਜ਼ਾਨਾ ਆਪਾਂ ਪੈਸਿਆਂ ਦਾ ਖਜ਼ਾਨਾ ਕਹਿੰਦੇ ਹਾਂ, ਬਹੁਤ ਅਮੀਰ, ਪਰੰਤੂ ਨਹੀਂ, ਅੰਮ੍ਰਿਤ ਨਾਮ ਨਿਧਾਨ ਹੈ ਜਿਹੜਾ ਖਜ਼ਾਨਾ ਹੈ। ਜਦੋਂ ਇਹ ਮਿਲ ਗਿਆ, ਅਸੀਂ ਪੀਣ ਲੱਗ ਗਏ, ਤਾਂ ਪ੍ਰੀਤਮ ਦਾ ਰਸ ਸਾਨੂੰ ਮਿਲਣ ਲੱਗ ਗਿਆ। ਪ੍ਰੀਤਮ ਦਾ ਮਿਲਾਪ ਦਾ ਰਸ ਆਏ। ਇਹ ਵੀ ਸਮਝਣੀ ਆ ਗੱਲ। ਹੁਣ ਪਾਤਸ਼ਾਹ ਨੇ ਸਾਨੂੰ ਇਹ ਕਿਹਾ ਵੀ ਮੈਂ ਪਰਦੇਸਣ ਆ, ਲੱਭਣ ਆਈ ਆ ਨਾ ਮੇਰੇ ਕੋਲੇ ਮੇਰਾ ਰੂਪ ਹੈ, ਨਾ ਮੇਰੀ ਸ਼ਕਲ ਹੈ, ਜਾਣੀ ਨਾ ਕੋਈ ਮੈਂ ਬੁੱਧ ਵੀ ਬਲ ਵੀ ਨਹੀਂ ਹੈ। ਕੀ ਹੈ? ਕਿਉਂ ਇੱਥੇ ਆ ਗਏ ਆਪਾਂ? ਹੁਣ ਇੱਥੇ ਆਇਆਂ ਨੂੰ ਅਸੀਂ ਪ੍ਰੀਤਮ ਨੂੰ ਤਾਂ ਭੁੱਲ ਹੀ ਗਏ, ਪ੍ਰੀਤਮ ਤੋਂ ਵੱਖਰੇ ਹੋ ਗਏ। ਅਸੀਂ ਉਸ ਨੂੰ ਪਿਆਰ ਕਰਨ ਦੀ ਥਾਂ ਤੇ ਅਸੀਂ ਇੱਥੇ ਮਾਇਆ ਨੂੰ ਪਿਆਰ ਕਰਨ ਲੱਗ ਗਏ। ਮਾਇਆ ਸਭ ਤੋਂ ਨੇੜੇ ਦੀ ਸਾਡਾ ਬਾਹਰਲਾ ਸਰੀਰ ਹੈ। ਕਿਉਂ? ਅੰਦਰਲੀ ਜੀਵ ਆਤਮਾ ਦਾ ਵੀ ਜਿਹੜਾ ਸੱਚਾ ਸਰੀਰ ਆ ਉਹ ਸੂਖਸ਼ਮ ਸਰੀਰ ਹੈ। ਉਹਨੇ ਬਣਾਇਆ, ਪ੍ਰੀਤਮ ਨੇ। ਸੱਚੀ ਦੇਹ ਉਹ ਹੈ, ਉਹਨੇ ਮਿਲਾਪ ਹਾਸਲ ਕਰਨਾ। ਉਹ ਨੂਰ ਦੀ ਬਣੀ ਹੋਈ ਆਤਮਾ, ਤੇ ਝੂਠੀ ਦੇਹ ਹੀ ਉਹਨੂੰ ਦੇ ਦਿੱਤੀ, ਉਹਦੇ ਵਿੱਚ ਪਾਤਾ। ਹੁਣ ਇਹਦਾ ਸੱਚੀ ਦੇਹੀ ਦਾ ਆਪਦੇ ਪ੍ਰੀਤਮ ਵੱਲ ਨੂੰ ਮੂੰਹ ਨਹੀਂ ਹੈ, ਉਧਰ ਨੂੰ ਪਿਆਰ ਨਹੀਂ ਹੈ, ਉਧਰ ਨੂੰ ਤਾਂ ਟੁੱਟ ਗਿਆ। ਝੂਠੀ ਦੇਹੀ ਨੂੰ ਹੀ ਆਪਦੀ ਸੱਚੀ ਮੰਨਣ ਲੱਗ ਗਿਆ, ਤੇ ਸੱਚੀ ਦੇਹੀ ਪਤਾ ਹੀ ਨਹੀਂ ਵੀ, ਨਾ ਪ੍ਰੀਤਮ ਦਾ ਪਤਾ, ਨਾ ਆਪਦੀ ਸੱਚੀ ਦੇਹੀ ਦਾ ਪਤਾ। ਨਾ ਇੱਥੋਂ ਤੱਕ ਹੈ ਵੀ ਝੂਠੀ ਦੇਹੀ ਦੇ ਪਿਆਰ ਵਿੱਚ ਇੰਨਾ ਮਸਤ ਹੈ, ਇੰਨਾ ਸੁੱਤਾ ਪਿਆ ਹੈ ਬਈ ਇਹਨੂੰ ਵਾਪਸ ਜਾਣਾ ਹੀ ਭੁੱਲ ਗਿਆ, ਵੀ ਇਹਨੂੰ ਬੁਲਾ ਲੈਣਾ ਮੈਨੂੰ, ਉਹਨੇ ਪ੍ਰੀਤਮ ਨੇ ਕੱਢ ਲੈਣਾ। ਤੇ ਮੈਂ ਕਰਨ ਕੀ ਆਈ ਸੀ? ਹੁਣ ਮੇਰਾ ਜਿਹੜੀ ਸ਼ਕਲ ਸੀ, ਜਿਹੜੀ ਪ੍ਰੀਤਮ ਨੂੰ ਪਸੰਦ ਸੀ, ਇੱਥੇ ਤਾਂ ਬਹੁਤ ਸੋਹਣੀ ਦੁਨੀਆ, ਬਾਹਰਲਾ ਸਰੀਰ ਤੇ ਲੋਕਾਂ ਦੇ ਰੂਪ ਬੜੇ ਨੇ ਸੋਹਣੇ, ਚਿੱਟੇ ਕਹਿੰਦੇ ਰੂਪ ਬੜਾ ਚੜਿਆ ਤੇਰੇ, ਬਾਲ ਵਾਲੇ ਵੀ ਬੜੇ ਆ, ਦਰ ਵੀ, ਧਨ ਵੀ ਬੜਾ ਇੱਥੋਂ ਦਾ। ਇਹ ਕਿਹੜੀ ਗੱਲ ਕਰੀ ਆ? ਜੋਬਨ ਵੀ ਕਈਆਂ ਤੇ ਜਵਾਨੀ ਜਿਹੜੀ ਆ, ਬਾਹਰਲਾ ਸਰੀਰ ਦੇਖ ਕੇ ਜਵਾਨੀ ਬੜੀ ਸੋਹਣੀ ਆ। ਅੰਦਰ ਤਾਂ ਜੀਵ ਆਤਮਾ ਹੈ ਸਾਰਿਆਂ ਦੇ, ਪਰੰਤੂ ਇਹ ਤਾਂ ਕਹਿੰਦੇ ਵੀ ਮੈਂ ਇਹਦੇ ਵਿੱਚੋਂ ਕੁਛ ਵੀ ਨਹੀਂ ਮੇਰੇ ਕੋਲ। ਕਿਉਂ? ਜਿਹੜੀ ਪ੍ਰੀਤਮ ਨੂੰ ਪਸੰਦ ਆ, ਉਹ ਤਾਂ ਗੁਣਾਂ ਵਾਲਾ ਰੂਪ ਚਾਹੀਦਾ, ਤੇ ਔਗਣਾ ਵਾਲਾ ਬਣ ਗਿਆ, ਰੂਪਹੀਣ ਹੋ ਗਈ ਨਾ, ਕਰੂਪ ਹੋ ਗਈ। ਕਰੂਪ ਅੰਦਰਲੇ ਪ੍ਰੀਤਮ ਦੀ ਨਿਗਾਹ ਚ ਤਾਂ ਉਹ ਰੂਪਹੀਣ ਨਹੀਂ ਹੈ। ਤੇ ਬਲ ਵਾਲਾ, ਬਲ ਪ੍ਰੀਤਮ ਦਾ ਸੀ। ਬਲ ਤਿਸ ਬਾਪੇ ਜਿਨ ਤੂੰ ਜਾਇਆ, ਪ੍ਰੀਤਮ ਦਾ ਬਲ ਬੜਾ ਦਿੱਤਾ ਹੋਇਆ ਸੀ ਉਹਦਾ, ਇਹਨੂੰ ਆਪਦੀ ਤਾਕਤ ਵੀ ਭੁੱਲ ਗਈ। ਸੱਚੀ ਵਿਵੇਕ ਬੁੱਧੀ ਵੀ ਭੁੱਲ ਗਈ, ਉਹ ਵੀ ਇਹਦੀ ਖਤਮ ਹੋ ਗਈ, ਅਹੰਗ ਬੁੱਧ ਹੋ ਗਈ। ਫੇਰ ਨਾ ਦਰਬ, ਨਾ ਇਹਦੇ ਕੋਲ ਸੱਚਾ ਧਨ ਹੈ ਪ੍ਰੀਤਮ ਦਾ, ਨਾਮ ਧਨ ਸੱਚਾ ਧਨ ਹੈ, ਉਹ ਇੱਥੋਂ ਦਾ ਝੂਠਾ ਧਨ ਹੈ। ਰੂਪਹੀਣ। ਹੁਣ ਇਹ ਕੀ ਬਣ ਗਈ? ਪ੍ਰੀਤਮ ਨੂੰ ਭੁੱਲ ਕੇ, ਪ੍ਰੀਤਮ ਦੀ ਯਾਦ ਭੁੱਲ ਕੇ, ਨਾਮ ਭੁੱਲ ਕੇ, ਰੂਪਹੀਣ। ਆਪਾਂ ਕਹਿ ਲਈਏ ਆਪਾਂ ਆਪਦੇ ਤੇ ਹੀ ਆ, ਸਾਡਾ ਹਾਲ ਕੀ ਹੋ ਗਿਆ? ਇਹ ਸਾਰੀ ਜਿਹੜੀ ਵਿਚਾਰ ਹੈ, ਇਹ ਇਸ ਦੇ ਅੰਦਰ
ਇਹ ਸਰੀਰ ਤੋਂ ਉੱਤੇ ਦੀ ਗੱਲ ਹੈ, ਇਹ ਵੀ ਗੱਲ ਸਮਝ ਆ ਜੇ। ਇਹ ਸਰੀਰ ਤੇ ਨਹੀਂ ਟਿਕਾਈ ਜਾਣੀਆਂ। ਸੂਖਸ਼ਮ ਉਤਲੀ ਗੱਲ ਹੈ, 10ਵੇਂ ਦੁਆਰ ਦੀ ਗੱਲ ਸਾਰੀ। ਬਾਬਾ ਨਾ ਸਰੀਰ ਦੀ ਤਾਂ ਗੱਲ ਹੀ ਨਹੀਂ ਕਰਦਾ, ਸਰੀਰ ਤੋਂ ਤਾਂ ਕਹਿੰਦਾ ਖਹਿੜਾ ਛੱਡ, ਗਾਂ ਰੱਬ ਦੇ ਮਿਲਾਪ ਦੀ ਗੱਲ ਕਰਦਾ ਹੈ ਵੀ ਪਰਮਾਤਮਾ ਤੇਰਾ ਪ੍ਰੀਤਮ ਸਰਬ ਵਿਆਪਕ ਹੈ, ਕਣ ਕਣ ਚ ਹੈ, ਸਾਰੇ ਗੁਣ ਉਹਦੇ ਦੱਸ ਕੇ, ਤੇ ਉਹਦੀ ਤੂੰ ਆਤਮਾ ਹੈ ਤੇ ਤੂੰ ਉਹਦੇ ਨਾਲ ਅੱਡ ਹੋ ਗਈ। ਹੁਣ ਤੂੰ ਉਹੀ ਨਿੱਕੀ ਆਤਮਾ ਜਿਹੜੀ ਇਸ ਸਰੀਰ ਵਿੱਚ ਆ ਕੇ ਸਭ ਕੁਝ ਹੀ ਭੁੱਲ ਗਈ, ਹਨੇਰਾ ਹੋ ਗਿਆ ਇਹਨੂੰ, ਤੇ ਹੁਣ ਉਹਨੂੰ ਗੱਲ ਕਰ ਰਿਹਾ ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਉਹਨੂੰ ਉਪਦੇਸ਼ ਦੇ ਦੇ ਕੇ ਉਹ ਦੂਜੀ ਚੀਜ਼ ਨਾਲ ਪਿਆਰ ਕਰਨ ਲੱਗੀ, ਦੂਜੀ ਚੀਜ਼ ਨੂੰ ਛਡਾ ਛਡਾ ਕੇ ਇੱਕ ਪ੍ਰੀਤਮ ਦੇ ਗੁਣ ਦੱਸ ਕੇ ਅੰਦਰਲੀ ਦੁਵਿਧਾ ਮਾਰ ਦੇਣੀ ਆ। ਅੰਦਰੋਂ ਫਰਕ ਜਿਹੜਾ ਵੱਖਰੀ ਹੋਂਦ ਆਪਦੀ ਮੰਨ ਲਈ ਉਹਨੇ ਆ ਕੇ ਅੱਡ ਇੱਥੇ ਇਹ ਸਰੀਰ 'ਚ ਆ ਕੇ, ਉਹ ਵਿਚਾਰ ਦੀ ਦੁਵਿਧਾ ਹੈ, ਉਹਨੂੰ ਖਤਮ ਕਰਨਾ ਹੈ। ਆ ਸਾਰੀ ਉਹ ਕੰਧ ਤੋੜਨੀ ਆ ਤਾਂ ਵਾਹਿਗੁਰੂ ਦੀ ਮੁੜ ਮੁੜ ਕੇ ਯਾਦ ਵੀ ਇਹਨੂੰ ਵਿਚਾਰ ਦੀ ਕੰਧ ਟੁੱਟ ਜੇ, ਭੁੱਲ ਜੇ, ਸਰੀਰ ਤੋਂ ਉੱਚਾ ਉੱਠ ਜੇ। ਆਹ ਗੱਲ ਕਰਾ ਰਹੇ। ਦੇਖੋ ਹੁਣ ਔਗਣ ਕਿੰਨੇ ਆ ਮੇਰੇ 'ਚ, ਰੂਪਹੀਣ, ਗੁਣਹੀਨ ਔਗਣ ਵਾਲੀ, ਕੁਲਹੀਨ, ਗੁਣਹੀਨ, ਗਿਆਨਹੀਨ। ਅਸੀਂ ਇੱਥੇ ਪੂਰੇ ਸਾਰੇ ਉਲਟ ਸਮਝਦੇ ਹਾਂ ਨਾਮ ਤੋਂ ਬਗੈਰ, ਵੀ ਸਾਡੇ ਤਾਂ ਗੁਣ ਹੀ ਬੜੇ ਨੇ, ਸਾਡੀ ਕੁੱਲ ਇੱਥੇ ਬਹੁਤ ਵੱਡੀ ਆ, ਦਾਦੇ ਪੜਦਾਦੇ ਤੋਂ ਗਿਣ ਲੱਗ ਜਾਂਦੇ। ਨਹੀਂ, ਅੰਦਰਲੇ ਦੀ ਕੁੱਲ ਪ੍ਰੀਤਮ ਦੇ ਸਾਰਾ ਉੱਥੇ ਜਿਹੜਾ ਪਰਿਵਾਰ ਆ ਸੱਚਖੰਡ ਦਾ, ਉਹ ਕੁੱਲ ਆ ਉਹਦੀ। ਆਨੰਦਪੁਰ ਦਾ ਵਾਸੀ ਆਪੇ ਨਹੀਂ ਪਹਿਲੇ ਦਿਨ ਕਹਿ ਦਿੱਤਾ ਤੇਰੀ ਕੁੱਲ ਇੱਥੋਂ ਦੀ ਨਾਸ, ਉੱਥੇ ਦੀ ਕੁੱਲ ਹੈ ਜਿੱਥੇ ਬਾਪ ਹਮਾਰਾ ਸਦ ਚਰਨ ਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਕੁਟੰਬ ਹਮਾਰਾ ਸਦਾ ਸੁਖ ਵਾਸੀ, ਕੁਟੰਬ ਹਮਾਰਾ ਨਿਜ ਕਰ ਵਾਸੀ, ਮਿੱਤਰ ਹਮਾਰੇ ਸਦਾ ਸੁਖ ਵਾਸੀ। ਉਹ ਆ ਪਰਿਵਾਰ ਸਾਡਾ ਅੰਦਰਲੀ ਦਾ। ਉਦੋਂ ਵੀ ਕੁੱਲ ਵੀ ਨਹੀਂ ਦੀਦੀ, ਕੁੱਲ ਵੀ ਝੂਠੀ ਬਣਾ ਲਈ, ਗੁਣ ਵੀ ਕੋਈ ਨਹੀਂ, ਸਾਰੇ ਇਹਦੇ ਬਾਹਰਲੇ ਸਰੀਰ 'ਚ ਔਗਣ ਹੀ ਔਗਣ ਨੇ। ਇਹਨੂੰ ਪਿਆਰ ਕਰਦੀ ਆ ਔਗਣ, ਸਾਰੇ ਕਾਮ ਕਰੋ ਲੋਭ ਮੋਹ ਹੰਕਾਰ ਸਭ ਇਹਨੂੰ ਚੁੰਬੜੇ ਨੇ। ਬਹੁਤ ਬਰੀਕ ਤੋਂ ਬਰੀਕ ਔਗਣਾਂ ਨੂੰ ਵੀ ਪਸੰਦ ਕਰਦੀ ਹੈ, ਸਾਰਾ ਦਿਨ ਆਸਾ ਇਹਦੀ ਲੱਗੀ ਰਹਿੰਦੀ ਹੈ ਇਹਨੂੰ। ਗਿਆਨਹੀਨ, ਰੱਬ ਦਾ ਗਿਆਨ, ਆਪ ਦਾ ਗਿਆਨ, ਪਰਮੇਸ਼ਰ ਦਾ ਗਿਆਨ, ਅਸਲੀ ਗਿਆਨ ਸੀ, ਉਹ ਤਾਂ ਭੁੱਲ ਗਿਆ। ਇੱਥੋਂ ਦੀ ਦੁਨੀਆ ਦਾ ਗਿਆਨ ਨੂੰ ਇਹਨੂੰ ਅਗਿਆਨ ਕਹਿੰਦੇ ਆ। ਮੈਂ ਗਿਆਨਹੀਨ ਆ, ਆਪਦੇ ਆਪ ਨੂੰ ਪਹਿਲਾਂ ਹੀ ਮੰਨਣਾ ਹੈ। ਸੋਭਾਹੀਣ, ਹੁਣ ਇਹਦੀ ਸੋਭਾ ਇੱਥੇ ਕੌਣ ਪੁੱਛਦਾ? ਐਵੇਂ ਦੁਨਿਆਵੀ ਉੱਤੋਂ ਆਪਦੀ ਗਰਜ ਲਈ ਕੋਈ ਪ੍ਰੇਜ ਕਰਦਾ ਨਹੀਂ ਕੋਈ, ਅੰਦਰੋਂ ਨਹੀਂ ਕੋਈ ਸੋਭਾ ਹੈ ਅਸਲੀ ਇਹਦੀ। ਸੋਭਾ ਤਾਂ ਗਈ। ਭਾਗਹੀਣ, ਤਪਹੀਰ ਬਾਵਰੀ, ਕਮਲੀ ਹੋਈ ਆ ਮੈਂ। ਦੇਖੋ ਕਿੰਨੇ ਔਗਣ ਗਏ ਆ ਭਾਈ ਗੁਰਦਾਸ ਜੀ ਨੇ। ਦ੍ਰਿਸ਼ਟ ਦਰਸ਼ਹੀਨ, ਮਹਾਰਾਜ ਤਾਂ ਦਿਸਦੇ ਨਹੀਂ, ਪ੍ਰੀਤਮ ਤਾਂ ਦਿਸਦਾ ਨਹੀਂ, ਦਰਸ਼ਨਾਂ ਤੋਂ ਵੀ ਅੱਖਾਂ ਵੀ ਨਹੀਂ ਦੀਦੀਆਂ, ਉਹ ਅੱਖਾਂ ਵੀ ਨਹੀਂ ਉਹ ਹੈਗੀਆਂ ਦਰਸ਼ਨਾਂ ਦੀਆਂ। ਸ਼ਬਦ ਸੁਰਤਹੀਨ, ਸ਼ਬਦ ਸੁਰਤ ਕਹਿੰਦੇ ਆ ਮਿਲਾਪ ਹੋ ਜੇ, ਪਰ ਸ਼ਬਦ ਸੁਰਤ ਦਾ ਮਿਲਾਪ ਤਾਂ ਹੈ ਨਹੀਂ, ਹੁੰਦਾ ਨਹੀਂ। ਬੁੱਧ ਬਲਹੀਨ, ਸੂਧੇ ਹਸਤ ਨਾ ਪਾਵਰੀ, ਨਾ ਮੈਂ
ਗੁਰੂ ਨਾਨਕ ਦੀ ਸੇਵਾ ਕਰੀ ਹੈ, ਹੱਥ ਪੈਰ ਵੀ ਮੇਰੇ ਸਿੱਧੇ ਨਹੀਂ ਹੈ ਇੱਥੇ। ਪ੍ਰੀਤ ਨਹੀਂ, ਚਲੋ ਸਾਰੇ ਗਿਣ ਲੈਂਦੇ ਆਪਾਂ, ਪਰੰਤੂ ਕੱਲਾ ਕੱਲਾ ਵਿਚਾਰ ਕਰਨ ਵਾਲਾ ਸਾਰਾ ਉਲਟਾ। ਨਾ ਮੇਰੀ ਰੱਬ ਨਾਲ ਪ੍ਰੀਤ ਹੈ, ਰੀਤਹੀਨ, ਨਾ ਮੈਂ ਉਹਦੀ ਮਰਿਆਦਾ ਚਾਂ, ਉਹਦੇ ਹੁਕਮ ਚਾਂ। ਭਾਏ ਭੈ ਪ੍ਰਤੀਤਹੀਨ, ਨਾ ਮੈਨੂੰ ਉਹਦੇ ਨਾਲ ਪਿਆਰ ਹੈ, ਨਾ ਮੈਨੂੰ ਉਹ 'ਤੇ ਵਿਸ਼ਵਾਸ ਹੈ। ਬਿੱਤਹੀਨ, ਨਾ ਮੇਰੇ ਕੋਲ ਧਨ ਹੈ, ਸੱਚਾ ਧਨ। ਚਿੱਤਹੀਨ, ਨਾ ਚਿੱਤ 'ਚ ਬਸਿਆ ਹੋਇਆ ਹੈ। ਸਹਿਜ ਸੁਭਾਅ ਦੀ, ਨਾ ਮੇਰਾ ਸੁਭਾਅ ਚੰਗਾ ਹੈ, ਮਿੱਠਾ। ਅੰਗ ਅੰਗਹੀਨ, ਹਰੇਕ ਮੇਰਾ ਜਿਹੜਾ ਅੰਗ ਹੈ ਉਹ ਕੋਈ ਵੀ ਪ੍ਰੀਤਮ ਨੂੰ ਲੱਭਣ ਵਾਲਾ ਲਾਏ ਤਾਂ ਉਹਨੇ ਇਸੇ ਕੰਮ ਨੂੰ ਸੀ, ਵਰਤੋਂ ਤਾਂ ਇਹਦੀ ਇਹ ਕਰਨੀ ਸੀ। ਉਹ ਕੋਈ ਵੀ ਅੰਗ ਸਾਰੇ ਪੁੱਠੇ ਕੰਮ ਕਰਦੇ ਆ। ਦੀਨਹੀਨ, ਨਾ ਮੇਰੇ 'ਚ ਨਿਮਰਤਾ ਹੈ। ਪਰਾਚੀਨ ਲੱਗ, ਨਾ ਮੈਂ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗ ਕੇ ਨਿਮਾਣੀ ਹੋ ਕੇ ਉਹਦੇ ਚਰਨਾਂ ਨੂੰ ਪ੍ਰੇਮ ਕਰਨ ਵਾਲੀ ਬਣੀ ਹੋਈਆਂ। ਚਰਨ ਸਰਨ ਕੈਸੇ ਪ੍ਰਾਪਤ ਹੋਏ ਰਾਵਰੀ, ਮੈਨੂੰ ਗੁਰੂ ਸਾਹਿਬ ਦੀ ਚਰਨ ਸ਼ਰਨ ਕਿਵੇਂ ਆ ਜਾਊਗੀ। ਆ ਮੇਰਾ ਹਾਲ ਹੈ। ਪਹਿਲੇ 'ਚ ਆਹ ਗੱਲ ਕਹੀ ਹੈ, ਮੈਂ ਪਰਦੇਸਨ ਦੂਰ ਤੇ ਆਈ, ਮੈਂ ਅਨਾਥ ਹੋ ਗਈ। ਹੁਣ ਮੈਂ ਕਿਵੇਂ ਆਪਦੇ ਪ੍ਰੀਤਮ ਵਿੱਚ ਸਮਾਵਾਂ, ਉਹਨੂੰ ਮਿਲਾਂ। ਖੋਜਤ ਖੋਜਤ ਭਈ ਬਰਾਗਣ, ਮੈਂ ਲੱਭਦੀ ਫਿਰਦੀ ਕੋਈ ਬਾਹਰੋਂ ਹੀ ਲੱਭਣ ਲੱਗ ਗਈ। ਇਹ ਤਾਂ ਸਾਨੂੰ ਆ ਕੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਈ ਆ ਗੱਲ, ਆ ਕੇ ਪ੍ਰੀਤਮ ਨਾਲ ਮਿਲਣ ਦਾ ਰਾਹ। ਬਈ ਤੈਨੂੰ ਅੰਤਰ ਲੱਭਣਾ ਹੈ, ਬਹੁਤ ਨੇੜੇ ਆ ਤੇਰੇ, ਪਰੰਤੂ ਲੱਭ। ਤੇ ਮਹਾਰਾਜ ਮੇਰਾ ਤੈਨੂੰ ਉੱਠੇ ਵੱਖਰੀ ਕਿਵੇਂ ਹੋ ਗਈ। ਪਾਤਸ਼ਾਹ ਨੇ ਹੁਣ ਸਾਨੂੰ ਉਹ ਵੀ ਸਮਝਾਈ ਹੈ। ਸਭਨਾ ਸੋ ਏਕ ਹੈ, ਸਦ ਹੀ ਰਹੇ ਹਦੂਰ, ਹੈ ਤਾਂ ਬਹੁਤ ਨੇੜੇ। ਨਾਨਕ ਹੁਕਮ ਨਾ ਮੰਨੀ, ਤਾਂ ਘਰ ਹੀ ਅੰਦਰ ਦੂਰ। ਦੇਖੋ ਪਾਤਸ਼ਾਹ ਨੇ, ਪ੍ਰੀਤਮ ਨੇ ਕਹਿ ਕੇ ਤੋਰਿਆ ਸੀ, ਮੇਰੇ ਹੁਕਮ ਥੱਲੇ ਰਹੀ। ਜੀਵ ਇਸਤਰੀ ਨੂੰ ਕਿਹਾ ਸੀਗਾ, ਤੂੰ ਮੇਰੇ ਹੁਕਮ ਰਜਾਈ ਚੱਲੀ, ਮੇਰੇ ਹੁਕਮ ਅਨੁਸਾਰ ਜੀਵਨ ਗੁਜ਼ਾਰੀ ਉੱਥੇ। ਹੁਣ ਸਾਨੂੰ ਮੁੜ ਕੇ ਕੁੜਿਆਰ ਹੋਈ ਨੂੰ ਹੁਕਮ ਰਜਾਈ ਕਰਨਾ ਹੈ, ਤਾਂ ਪ੍ਰੀਤਮ ਲੱਭਣਾ। ਤਾਂ ਘਰ ਹੀ ਅੰਦਰ ਦੂਰ, ਘਰੇ ਨੂੰ ਲੱਭਦਾ, ਦੀਦਾ ਹੀ ਨਹੀਂ। ਕਿਉਂ? ਹੁਕਮ ਦੀ ਸਾਰੀ ਉਲੰਘਣਾ ਕੀਤੀ ਆ। ਅਸੀਂ ਤਾਂ ਆਪਦੀ ਮਨਮਰਜ਼ੀ ਨਾਲ ਜਿਉਂਦੇ ਆ ਇੱਥੇ। ਦੂਜੀ ਚੀਜ਼ ਜਿਹੜੀ ਆ, ਝੂਠੀ ਨਾਲ ਪ੍ਰੇਮ ਕਰਦੇ ਆ, ਜਿਹੜਾ ਬਾਹਰਲਾ ਸਰੀਰ ਆ, ਇਹ ਵਿਕਾਰਾਂ ਦਾ ਭਰਿਆ, ਤੇ ਅਸੀਂ ਇਹਦੇ ਵਿਖੇ ਰਸਾਂ ਦੇ ਵਿੱਚ ਮਸਤ ਆ, ਸੁੱਤੇ ਪਏ ਆ। ਅੰਮ੍ਰਿਤ ਰਸ ਕਿੱਥੋਂ ਆ ਜੇ? ਸਾਨੂੰ ਆਪਣਾ ਆਪ ਦਾ ਤਾਂ ਪਤਾ ਹੀ ਨਹੀਂ। ਇਹਨੇ ਸਾਨੂੰ ਸਾਰਾ ਦਿਨ ਵਿਖੇ ਰਸਾਂ ਦੇ ਵਿੱਚ ਸਵਾਈ ਰੱਖਦੇ ਆ, ਤੇ ਅਸੀਂ ਕਹਿੰਦੇ ਇਹ 'ਚ ਸੁੱਖ ਬਹੁਤ ਆ, ਵਿਖੇ ਰਸਾਂ 'ਚ ਲੱਭਦਾ ਹੈ ਨਹੀਂ। ਕਿਉਂ? ਮੈਂ ਲੱਭਦੀ ਕਹਿੰਦੀ ਨਾ, ਵੀ ਇਹਨਾਂ 'ਚੋਂ ਤਾਂ ਕਿਤੋਂ ਕੋਈ ਲੱਭਿਆ ਨਹੀਂ, ਤੇ ਮੈਂ ਬਰਾਗਣ ਹੋ ਗਈ, ਪਾਗਲ ਹੋਈ ਪਈ ਆ ਰੱਬ ਨੂੰ ਲੱਭਣ ਵਾਸਤੇ। ਪ੍ਰਭ ਦਰਸ਼ਨ ਕੋ ਹੋ ਫਿਰੋਂ ਤਸਾਈ। ਹੁਣ ਮੈਂ ਉਸ ਪ੍ਰੀਤਮ ਨੂੰ, ਦਰਸ਼ਨਾਂ ਨੂੰ ਭਾਲਦੀ ਫਰਦੀ ਧਿਆਈ ਮਰੀ ਪਈ ਆ। ਹੁਣ ਆਹ ਗੱਲ ਸਮਝ ਆ ਜੇ, ਅਸੀਂ ਤਾਂ ਧਿਆਈ ਨਹੀਂ ਹਾਂ, ਪਰੰਤੂ ਅੰਦਰਲੀ ਜੀਵ ਆਤਮਾ, ਜੀਵ ਇਸਤਰੀ ਜਿਹੜੀ ਆ, ਸਾਰਾ ਦਿਨ ਸਾਰੇ ਰਸ ਭੋਗਦੀ ਹੋਈ ਵੀ ਤੜਫਦੀ ਆ। ਦੇਖ ਲਓ ਅੰਦਰ। ਮਾਰੇ ਨੇ ਐਵੇਂ ਨਹੀਂ ਲਿਖਿਆ, ਤਪ ਖਪੇ ਬਹੁਤ ਬੇਕਾਰ, ਜਿਉ ਤਪਤ ਹੈ ਬਾਰੋ ਬਾਰ। ਜਿਉ ਜੀ ਇਸਤਰੀ, ਉਹ ਤਾਂ ਤਪਦੀ ਆ।
ਉਹ ਤਾਂ ਧਿਆਈ ਮਰੀ ਪਈ ਆ, ਉਹਦੀ ਤੇਜ ਇੱਥੋਂ ਬੁਝਾਉਣੀ ਚਾਹੁੰਦਾ ਹੈ, ਉਥੋਂ ਬੁਝਣੀ ਨਹੀਂ। ਆਹ ਸਭ ਤੋਂ ਵੱਡਾ ਪੁਆਇੰਟ। ਹੁਣ ਪ੍ਰੀਤਮ ਮਿਲ ਕੇ ਕੀ ਸਾਨੂੰ ਜੀ, ਬਹੁਤ ਲੋਕਾਂ ਤੋਂ ਵੀ ਸਾਨੂੰ ਲੋੜ ਹੀ ਨਹੀਂ ਵਾਹਿਗੁਰੂ ਨੂੰ ਮਿਲਣ ਦੀ। ਜਿੱਦਣ ਤੋਂ ਰੱਬ ਨੂੰ ਵੱਖ ਹੋਏ ਆ, ਜਿੱਦਣ ਤੋਂ ਪ੍ਰੀਤਮ ਨਾਲ ਇਸਤਰੀ ਵਿਛੜੀ ਆ, ਧਿਆਈ ਮਰੀ ਪਈ ਆ। ਚਾਹੇ ਮਰਦ ਆ ਚਾਹੇ ਇਸਤਰੀ ਦੇ ਅੰਦਰ, ਸਾਰਿਆਂ ਦੇ ਅੰਦਰ ਜੀਵ ਇਸਤਰੀ ਆ, ਜੀਵ ਆਤਮਾ। ਆਤਮਾ ਉੱਤੇ ਆ, ਦੋਹਾਂ ਤੋਂ ਉੱਚੇ ਉੱਠਦੀ ਆ। ਬੇਸ਼ੱਕ ਇੱਥੇ ਵਿਆਹ ਦੇ ਅਰਥ ਹੁੰਦੇ ਆ ਮਿਲਾਪ, ਬੇਸ਼ੱਕ ਇੱਥੇ ਝੂਠੇ ਵਿਆਹ ਹੋ ਰਹੇ ਆ ਸਾਡੇ, ਇੱਥੋਂ ਦੀਆਂ ਉਦਾਹਰਨਾਂ ਦੇ ਕੇ ਤੇ ਤਾਂ ਹੀ ਬੀਬੀ ਦਾ ਦਸਤਾਨ ਦੇ ਕੇ ਵੀ ਬਹੁਤ ਸੋਹਣੀ ਗੱਲ ਬਣਾਈ ਆ, ਮੈਂ ਨਰ ਤੇ ਨਾਰੀ ਬਣਾਈ ਆ। ਤੇ ਇਹ ਪੇਕੇ ਘਰ ਵਿੱਚ ਬੀਬੀ ਰਹਿੰਦੀ ਹੈ ਤੇ ਉਹਨੂੰ ਸਹੁਰੇ ਘਰ ਜਾਣਾ ਪੈਂਦਾ ਹੈ। ਉਹੀ ਉਦਾਹਰਨਾਂ ਦੇ ਦੇ ਕੇ ਸਾਨੂੰ ਅੰਦਰਲੀਆਂ ਗੱਲਾਂ ਦਿਖਾਈਆਂ ਨੇ। ਸਹੁਰਾ ਘਰ ਸਾਡਾ ਅਗਲਾ ਸੱਚ, ਸੱਚੀ ਦੁਨੀਆ ਹੈ, ਤੇ ਪੇਕਾ ਘਰ 'ਚ ਆਏ ਹੋਏ ਆ, ਪੇਕਾ ਘਰ ਵਿੱਚ ਰਹਿ ਰਹੇ ਆ ਹੁਣ। ਤੇ ਪੇਕੇ ਘਰ ਦੀਆਂ ਵਿੱਚ ਜਿਹੜੀ ਬੀਬੀ ਹੁੰਦੀ ਹੈ, ਜਿਹੜੀ ਦੁਨਿਆਵੀ ਹੋਈ ਹੋਵੇ, ਉਹ ਮੈਨੂੰ ਤਾਂ ਤਰਸ ਆਉਂਦਾ ਹੁੰਦਾ ਬੀਬੀਆਂ ਤੇ। ਮੈਂ ਤੁਹਾਨੂੰ ਸੱਚੀ ਗੱਲ ਦੱਸ ਵੀ ਕੀ ਇਹਨੂੰ ਵਿਚਾਰੀ ਨੇ, ਇਹਨੇ ਤਾਂ ਹਜੇ 2 ਘਰ ਬਦਲਣੇ ਆ, ਜੰਮ ਪਈ ਹੈ ਇੱਥੇ। ਉਦੋਂ ਜਨਮ ਥੋੜਾ ਜਿਹਾ ਗਲਤ ਹੋਇਆ, ਥੋੜਾ ਜਿਹਾ ਘੱਟ ਆ ਬੀਬੀ 'ਚ। ਕਿਉਂ? ਇਹਨੇ ਤਾਂ 2 ਘਰ ਬਦਲਣੇ ਆ, ਇੱਥੇ ਵੀ ਬਦਲਣਾ, ਅਗਲਾ ਵੀ ਬਦਲਣਾ। ਤੇ ਫਿਰ ਪੇਕੇ ਘਰ ਦੇ ਵਿੱਚ ਉਹਦੀ ਬਹੁਤੀ ਹੁੰਦੀ ਨਹੀਂ ਵੀ ਮੇਰ ਤੇਰ ਮੇਰੀ ਹੋ ਜੇ, ਪਰੰਤੂ ਉਹ ਤੁਰੀ ਫਿਰਦੀ ਵਿਚਾਰੀ ਹੈਗੀ। ਕੱਪੜੇ ਲੀੜੇ ਘਰ ਦੇ ਸਾਰੇ ਉਹਨੂੰ ਪਾਉਂਦੇ ਨੇ, ਪਰ ਘਰ ਦੇ ਵੀ ਉਹਨੂੰ ਇੰਨਾ ਪਿਆਰ ਨਹੀਂ ਕਰਦੇ ਵੀ ਇਹਨੂੰ ਤਾਂ ਬਗਾਨੀ ਹੋ ਜਾਣਾ। ਤੇ ਮੂਰਖ ਇਸਤਰੀ ਆ ਜਿਹੜੀ ਪੇਕੇ ਘਰ ਦੇ ਵਿੱਚ ਕਵੇ ਮੇਰੀ ਸਭ ਕੁਛ ਹੈ, ਉਹ ਵੀ ਮੂਰਖ ਆ, ਦੁਨਿਆਵੀ। ਸਹੁਰੇ ਘਰ ਉਹਦਾ ਘਰ ਹੀ ਨਹੀਂ ਹੈ। ਅਸੀਂ ਵੀ ਇਸ ਪੇਕੇ ਘਰ ਦੇ ਵਿੱਚ ਸਾਰ ਚੀਜ਼ਾਂ ਮੈਂ ਮੇਰੀ ਬਣਾਈ ਬੈਠੇ ਹਾਂ, ਹੈ ਦਿਲ ਲਾਈ ਬੈਠੇ। ਸਗੋਂ ਅਸੀਂ ਤਾਂ ਉਦੋਂ ਵੀ ਮੂਰਖ ਹਾਂ। ਤੇ ਹੈ ਇੱਥੇ ਸਾਡੀ ਕੋਈ ਚੀਜ਼ ਨਹੀਂ। ਸੋਚੋ ਕਾ ਮਾੜਾ ਜਿਹਾ, ਅੰਦਰਲੀ ਦੀ ਕੋਈ ਚੀਜ਼ ਹੈ? ਸੱਚੀ ਇਸਤਰੀ ਦੀ ਕੋਈ ਚੀਜ਼ ਹੈ? ਸੱਚੀ ਇਸਤਰੀ ਦੇ ਤਾਂ ਸੱਚਾ ਸ਼ਿੰਗਾਰ ਚਾਹੀਦਾ, ਸੱਚੀਆਂ ਚੀਜ਼ਾਂ ਚਾਹੀਦੀਆਂ, ਸੱਚਾ ਪ੍ਰੀਤਮ ਚਾਹੀਦਾ, ਉਹਨੂੰ ਤਾਂ ਉਹ ਚਾਹੀਦਾ। ਝੂਠੀਆਂ ਚੀਜ਼ਾਂ ਨਾਲ ਉਹਦੇ ਵਾਸਤੇ ਖੜਾਉਣੇ ਨੇ ਤਾਂ ਉਹਦੇ ਪ੍ਰੀਤਮ ਦੇ ਬਣਾਏ ਹੋਏ ਨੇ। ਉਹਨੂੰ ਇਹ ਵੀ ਸਮਝ ਲੱਗ ਗਈ। ਆਹੋ, ਸੱਚੇ ਪਾਤਸ਼ਾਹ ਜੀ ਜਦ ਆਏ, ਪ੍ਰਕਾਸ਼ ਹੋਏ, ਹੁਕਮਨਾਮਾ ਦਿੱਤਾ, ਕੀਤੇ ਕੋ ਮੇਰੇ ਸਮਾਨੇ ਕਰਨਹਾਰ ਕਰਨ ਜਾਣੇ। ਜਿਹੜਾ ਸਾਰਾ ਕੀਤਾ ਹੋਇਆ, ਜਿਹੜਾ ਬਾਹਰ ਦੀਂਦਾ ਸਣੇ ਸਾਡਾ ਸਰੀਰ, ਇਹਨੂੰ ਤਾਂ ਪਹਾੜ ਵਾਂਗੂ ਤਾਂ ਸੱਚ ਮੰਨਦੇ ਆ, ਪੂਰਾ ਜੀ ਲਾਈ ਬੈਠੇ ਆ, ਪੂਰਾ ਪਿਆਰ ਕਰੀ ਜਾਂਦੇ ਆ, ਮੇਰੀ ਆ। ਆਪ ਦਾ ਪਤਾ ਹੀ ਨਹੀਂ ਵੀ ਮੈਂ ਕੌਣ। ਕਰਨਹਾਰ ਤਿੰਨ ਜਾਣੇ, ਉਹਨੂੰ ਤਾਂ ਤੀਲਾ ਸਮਝਿਆ ਹੋਇਆ ਪ੍ਰੀਤਮ ਨੂੰ, ਤਾਂ ਉਹਦੀਆਂ ਦਾਤਾਂ ਦਿੱਤੀਆਂ ਨੂੰ ਪਹਾੜ ਸਮਝਿਆ ਹੋਇਆ, ਉਦਾਹਰਨ ਦਿੱਤੀ ਹੈ ਵੀ ਮੇਰੀਆਂ ਦਾ ਦੇਖੋ, ਮੇਰੇ ਕੋਲ ਕਿੰਨੇ ਸੌ, ਸਭ ਕੁਛ ਮੇਰਾ ਹੈ, ਇੱਕ ਰਾਮ ਪਰਾਇਆ, ਤੂੰ ਕਿੱਥੇ ਆ? ਐ ਨਹੀਂ ਭੁੱਲੇ ਹੋਏ ਸੀ ਆਪ। ਇਹ ਤਾਂ ਹੁਣ ਸਾਨੂੰ ਯਾਦ ਕਰਵਾ ਰਿਹਾ, ਮੁੜ ਮੁੜ ਕੇ ਯਾਦ ਕਰਵਾ ਰਿਹਾ। ਯਾਦ ਕਰ, ਸਹੁਰੇ ਘਰ ਨੂੰ ਯਾਦ ਕਰ, ਇੱਥੋਂ ਦੀ ਚੀਜ਼ ਤੇਰੀ ਕੋਈ ਨਹੀਂ ਹੈ। ਤੇਰੇ ਨਾਲ ਨਹੀਂ ਜਾਣੀ ਜਦੋਂ ਸਹੁਰੇ ਜਾਵੇਂਗੀ। ਸਭ ਨਾਲ ਸਹੁਰੇ ਵੱਜਣਾ, ਸਭ ਮੁਕਲਾਬਣ ਹਾਂ ਰਹਿ ਵੀ ਨਹੀਂ ਸਕਦੀ। ਨਾਨਕ ਧੰਨ ਸੁਹਾਗਣ ਜਿਨ ਸ਼ਹਿ ਨਾਲ ਪਿਆਰ, ਮਾਰੇ ਕਹਿੰਦੇ ਧੰਨਾ ਉਹ ਪਿਆਰੀ ਇਸਤਰੀ ਮੇਰੀ, ਜਿਹਨੂੰ ਪ੍ਰੀਤਮ ਨਾਲ ਪਿਆਰ ਹੈ। ਹੁਣ ਆ ਪਿਆਰ ਹੀ ਪਾਉਣੇ,
ਪਿਆਰ ਵੀ ਪ੍ਰੀਤਮ ਨਾਲ ਸਾਡਾ ਪਿਆਰ ਪੈ ਜੇ। ਪਾਤਸ਼ਾਹ ਸਾਨੂੰ ਆ ਕੇ ਵਿਚੋਲੇ ਗੁਰੂ ਵੀ ਨੇ, ਆਪ ਵੀ ਪ੍ਰੀਤਮ ਵੀ ਨੇ, ਦੋਵੇਂ ਸਾਡਾ ਪਿਆਰ ਪਾਉਂਦੇ। ਪਿਆਰ ਨਾਲ ਸਾਡੀ ਸਾਰੀ ਜਨਮਾਂ ਦੀ ਤੇਹ ਮਿਟ ਜਾਣੀ ਹੈ। ਆਓ ਦੋ ਸ਼ਬਦ ਲੈਨੇ ਆ। ਏਕ ਨਾ ਭਰੀਆ ਗੁਣ ਕਰ ਧੋਵਾਂ। ਹੁਣ ਇਹ ਹੈ ਨਾ ਵੀ ਹੁਣ ਰੱਬ ਕਿਵੇਂ ਮਿਲੇ, ਤੇ ਅਖੀਰਲੇ ਚ ਪਾਤਸ਼ਾਹ ਨੇ ਲਿਖਿਆ ਵੀ ਮੇਰੇ ਤੇ ਬਹੁਤ ਕਿਰਪਾ ਕੀਤੀ ਹੈ ਤੇ ਮੇਰੀ ਜਨਮਾਂ ਦੀ ਜਿਹੜੀ ਅੱਗ ਸੀ, ਜਲਣ ਸੀ, ਜਲਦੇ ਆ ਨਾ ਉਹਨਾਂ ਚ ਜਿੰਨਾ ਚਿਰ ਦੇਖੋ ਮਾੜਾ ਜਿਹਾ ਨਾਮ ਠੰਡਾ ਮਾੜਾ ਜਿਹਾ ਪੈਂਦਾ ਤਾਂ ਮਾੜੀ ਜਿਹੀ ਸ਼ਾਂਤੀ ਆਉਂਦੀ ਹੈ, ਨਹੀਂ ਸ਼ਾਂਤੀ ਸ਼ੁੰਤੀ ਕਿਸੇ ਨੂੰ ਨਹੀਂ ਆ ਰਹੀ। ਉਹ ਵੀ ਜੇ ਅੰਦਰ ਚਲੇ ਜਾਵੇ ਨਾਮ, ਮੂੰਹ 'ਚ ਰਹਿ ਜੇ ਤਾਂ ਉਹ ਜਲਣ ਥੱਲੇ ਉਵੇਂ ਰਹਿੰਦੀ ਹੈ। ਅੱਗ ਨੂੰ ਹੀ ਯਾਦ ਕਰੀ ਜਾਂਦੇ ਆ, ਅੱਗ ਦੀਆਂ ਚੀਜ਼ਾਂ ਨੇ, ਅੱਗ ਦੀਆਂ ਸਭ ਬਣੀਆਂ, ਪਾਪ ਸਾਗਰ ਥਾਹ ਲਹਿਰਾਂ ਉਹਦੀਆਂ ਹੀ ਚੱਲਦੀਆਂ ਇੱਥੇ, ਤਾਰੋ ਤਾਰ ਨਹਾਰੇ ਸਾਰੀਆਂ ਲਹਿਰਾਂ ਅੰਦਰ ਦੇਖੋ। ਸੋਚ 'ਚ ਲਹਿਰਾਂ ਚੱਲਦੀਆਂ, ਜਿੱਥੇ ਸੋਚ ਪ੍ਰੀਤਮ ਯਾਦ ਆਉਣਾ ਚਾਹੀਦਾ ਉੱਥੇ ਲਹਿਰਾਂ ਕਾਂ, ਕਰੋਧ, ਲੋਭ, ਹੰਕਾਰ ਦੀਆਂ ਸਾਰੀਆਂ ਉਹਦੀਆਂ ਬ੍ਰਾਂਚਾਂ ਤੇ ਚੀਜ਼ਾਂ ਤੋਂ ਜਿੱਥੋਂ ਉਹਨੂੰ ਰਸ ਮਿਲੇ ਉਹ ਚਿੱਤ ਵੀ ਜਾਂਦਾ ਹੈ ਅੰਦਰ ਬੰਦਾ, ਜੇ ਨਾਮ ਵੀ ਜਪਦਾ ਉੱਤੋਂ। ਉਹ ਘੁੱਟ ਪਾਣੀ ਦੀ ਅੰਦਰ ਬਣਨੀ ਨਹੀਂ ਦਿੰਦੀਆਂ ਉਹ, ਕਿਉਂ? ਪਿਆਰ ਹੀ ਉਹਨਾਂ ਨਾਲ। ਹੁਣ ਇਹ ਓਪਰਾ ਪਿਆਰ ਲੱਗਦਾ ਹੈ ਰੱਬ ਦਾ, ਸੱਚਾ ਪਿਆਰ ਸਾਨੂੰ ਮਾਇਆ ਨਾਲ ਲੱਗਦਾ ਹੈ, ਆਪਦੇ ਸਰੀਰ ਨਾਲ ਲੱਗਦਾ ਹੈ, ਵੀ ਕਿਤੇ ਇਹ ਨਾ ਕਿਤੇ ਬਿਨਸ ਜੇ, ਕਿਤੇ ਛੱਡਣ ਨੂੰ ਵੀ ਨਹੀਂ ਜੀ ਕਰਦਾ ਇਹਨੂੰ। ਸਾਰਾ ਦਿਨ ਸਵੇਰ ਤੋਂ ਲੈ ਕੇ ਲੋੜਾਂ ਸਾਰੀਆਂ ਇਹਦੀਆਂ ਨੇ, ਸਾਰਾ ਧਨ ਕਮਾਉਣਾ, ਹੋਰ ਸਭ ਕੁਛ ਕਰਨਾ, ਸਭ ਹੀ ਇਹ ਪਰਿਵਾਰ ਬਣਾਈ ਬੈਠਾ, ਐ ਬਣਾਈ ਬੈਠਾ ਵੀ ਬਸ ਪੱਕਾ ਹੀ ਰਹਿਣਾ। ਤੇ ਮਹਾਰਾਜ ਕਹਿੰਦੇ ਮੈਂ ਸਮਾਂ ਲਿਖ ਕੇ ਦਿੱਤਾ ਸੀ, ਉੱਥੋਂ ਲਿਖ ਕੇ ਤੁਰਿਆ ਸੀ, ਮਨ ਲਿਖਾਏ ਮੰਡਲ ਮੇ ਆਏ, ਤੇਰਾ ਪਹਿਲਾਂ ਲਿਖਿਆ ਵੀ ਐਸ ਤੈਨੂੰ ਮੈਂ ਲੈ ਜਾਣਾ। ਪ੍ਰੀਤਮ ਦੀ ਗੱਲ ਹੈ, ਇੱਥੋਂ ਮੈਂ ਤੁਰ ਜਾਣਾ। ਫਿਰ ਤੁਰਨ ਵਾਲੀ ਇਹਦਾ ਕੋਈ ਸਮਾਨ ਇਕੱਠਾ ਕੀਤਾ, ਜਿੱਥੇ ਜਾਣਾ ਉੱਥੋਂ ਦੀ ਕੋਈ ਚੀਜ਼ ਇਕੱਠੀ ਕਰੀ, ਉੱਥੋਂ ਦਾ ਕੋਈ ਧਨ ਇਕੱਠਾ ਕੀਤਾ, ਉਹੇ ਜਿਹਾ ਉੱਥੋਂ ਦਾ ਰੂਪ ਲਿਆਂਦਾ ਗੁਣਾਂ ਵਾਲਾ, ਉੱਥੋਂ ਦਾ ਗਿਆਨ ਪ੍ਰਾਪਤ ਕੀਤਾ। ਅੰਦਰਲੀ ਜਵਾਨ ਨਹੀਂ ਰਹੀ, ਉਹ ਜੋਬਨ ਨਹੀਂ ਰਿਹਾ ਉਹਦੇ ਤੇ, ਉਹ ਤਾਂ ਜੋਬਨ ਖਤਮ ਹੋਇਆ ਪਿਆ ਉਹਦਾ। ਉਹ ਤਾਂ ਜੋਬਨ ਆਊਗਾ ਜੋ ਪ੍ਰੀਤਮ ਨੂੰ ਮਿਲੂਗਾ, ਉਦੋਂ ਜੋਬਨ ਆਉਣਾ ਉੱਤੇ, ਜੇ ਉਹਨੂੰ ਪਸੰਦ ਆਊ। ਏਕ ਨਾ ਭਰੀਆ ਗੁਣ ਕਰ ਧੋਵਾਂ। ਇੰਨੇ ਔਗਣ ਨੇ, ਮੈਂ ਕਿਹੜਾ ਗੁਣ ਲੈ ਕੇ, ਹੁਣ ਗੁਣ ਬਾਹਰੋਂ ਲੈ ਕੇ ਅਗਲਾ ਕਹਿੰਦਾ ਵੀ ਮੈਂ ਔਗਣ ਨਾਸ਼ ਕਰ ਦੂੰ। ਬਹੁਤ ਦੁਨੀਆ ਗੁਣਾਂ ਦਾ ਪ੍ਰਚਾਰ ਕਰਦੀ ਹੈ, ਆਹ ਗੁਣ ਹੋਣੇ ਚਾਹੀਦੇ ਆ, ਆਹ ਗੁਣ ਹੋਣੇ ਚਾਹੀਦੇ ਆ, ਇਹਦੇ ਨਾਲ ਸਾਡਾ ਔਗਣਾਂ ਦੀ ਬਾਬਤ ਵੀ ਦੱਸੀ ਜਾਣਾ, ਗੁਣ ਵੀ। ਇਹ ਹੋਣਗੇ ਕਿਵੇਂ? ਤੂੰ ਕਰ ਲੇਂਗਾ? ਅਸੀਂ ਤਾਂ ਔਗਣਾਂ ਨਾਲ ਭਰੇ ਪਏ ਆ ਪਹਿਲਾਂ ਹੀ, ਤਾਂ ਅਸੀਂ ਗੁਣ ਕਿੱਥੋਂ ਲਿਆਵਾਂਗੇ? ਸਾਨੂੰ ਤਾਂ ਗੁਣਾਂ ਦਾ ਪਤਾ ਹੀ ਨਹੀਂ। ਹੁਣ ਜਦੋਂ ਗੁਣੀ ਨਿਧਾਨ ਪ੍ਰੀਤਮ ਨਾਲ ਜੁੜਾਂਗੇ, ਉਦੋਂ ਸਾਡੇ ਅੰਦਰ ਗੁਣ ਪ੍ਰਵੇਸ਼ ਹੋਣੇ ਆ, ਤੇ ਉਹਦੇ ਨੂੰ ਤਾਂ ਸਾਡਾ ਪਿਆਰ ਟੁੱਟਿਆ ਆ। ਸੌ ਜਾਗੇ ਹੁਣ ਨਿਸਪਰ ਸੋਵਾਂ। ਫੇਰ ਉਹੀ ਗੱਲ ਆ, ਬਹੁਤ ਵੱਡਾ ਪੁਆਇੰਟ ਆ। ਇਹ ਨਾ ਸਮਝੋ ਵੀ ਅਸੀਂ ਜਾਗ ਪਏ, ਗੁਰੂ ਸਾਹਿਬ ਨੇ ਸਾਨੂੰ ਜਾਗਰਤ ਕਰਤੀ ਸਾਡੀ ਆਤਮਾ। ਆ ਸਾਧ ਸੰਗਤ 'ਚ ਮੁੜ ਕੇ ਸੁੱਤੇ, ਫੇਰ ਸੁੱਤੇ ਪਏ 5 ਦਿਨ, ਫੇਰ ਸੌਂ ਜਾਂਦੇ ਆ, ਫੇਰ 6ਵੇਂ ਦਿਨ ਪਾਤਸ਼ਾਹ ਜਾਗਣ ਵਾਲੇ ਸਿਰ ਲਿਆਉਂਦਾ ਆਪਣਾ ਜਾਗਣ ਵਾਲਾ ਪ੍ਰੀਤਮ। ਅਗਲੀ ਦੁਨੀਆ ਸਾਡੀ ਜਾਗਦੀ ਹੈ। ਮੇਰਾ ਪਤੀ ਜਾਗਦਾ ਹੈ, ਕੋਲੇ ਬੈਠਾ, ਮੈਂ ਸੌਂਦੀ ਆ, ਕਿਉਂ ਕਰ ਕੰਤ ਪਿਆਰੀ ਹੋਵਾਂ, ਮੈਂ ਕਿਵੇਂ ਉਹਨੂੰ ਚੰਗੀ ਲੱਗੂ? ਮੇਰਾ ਸਹੁ ਜਾਗੇ ਹੁਣ ਨਿਸਪਰ ਸੋਵਾਂ, ਮੈਂ ਤਾਂ ਸੁੱਤੀ ਪਈ ਆ, ਉਹਨੂੰ ਕਿਵੇਂ ਚੰਗੀ ਲੱਗੂ? ਹੁਣ ਤਾਂ ਜਾਗਦੀ ਚੰਗੀ ਲੱਗਦੀ ਆ।
मेरा तो प्यार ही दूजे सौना, दूजी चीज ना प्यार करना, ਉਹਦੇ ਵੱਲ ਨੂੰ ਤਾਂ ਰੁਖ ਹੀ ਨਹੀਂ ਹੈ। ਆਸ ਪਿਆਸੀ ਸੇਜੇ ਆਵੈ, ਆਗੇ ਛਹ ਭਾਵਾ ਕੇ ਨਾ ਪਾਵੈ। ਇਵੇਂ ਹੀ ਮੈਂ ਪਿਆਸੀ ਹਾਂ ਨਾ, ਅੰਦਰੋਂ ਤਾਂ ਪਿਆਸ ਲੱਗੀ ਆ। ਦੁਨਿਆਵੀ ਵੀ ਪਿਆਸ ਬੁਝਾਉਣ ਦੀ ਖਾਤਰ ਪਤੀ ਪਤਨੀ ਦਾ ਬਿਖੇਰਾ ਸਮਾਣਦੇ ਆ, ਬੇਬੇ ਸਾਡੀ ਪਿਆਸ ਬੁਝੇ, ਹੋਰ ਤਾਂ ਕੋਈ ਗੱਲ ਨਹੀਂ, ਕਾਰਨ ਨਹੀਂ ਹੈ। ਪਰ ਇਹ ਨਹੀਂ ਪਤਾ ਜੀਵ ਆਤਮਾ ਉਸ ਵਿਖੇ ਰਸ ਨਾਲ ਲੁੱਟੀ ਜਾਂਦੀ ਆ। ਪਿਆਸ ਬੁਝਦੀ ਨਹੀਂ ਹੈ, ਪਿਆਸ ਉਦੋਂ ਜ਼ਿਆਦਾ ਜਗਦੀ ਆ। ਪਾਤਸ਼ਾਹ ਨੇ ਤਾਂ ਲਿਖ ਦਿੱਤਾ, ਵਿਖਿਆ ਮੈਂ ਕਿਨੇ ਤ੍ਰਿਪਤ ਨਾ ਪਾਈ, ਤਾਂ ਰੱਜ ਗਈ, ਕਦੇ ਵੀ ਰੱਜਣਾ ਨਹੀਂ ਵਿਖੇ ਰਸ ਨਾਲ। ਜਿਉਂ ਪਾਵ ਕੀਰਤਨ ਨੀ ਤਰਾਪਾ, ਬਿਨ ਹਰ ਕਹਾਂ ਅਗਾਈ। ਗੁਰੂ ਸਾਹਿਬ ਤੋਂ ਬਗੈਰ ਕਦੇ, ਪ੍ਰੀਤਮ ਤੋਂ ਬਗੈਰ ਕਦੇ ਨਹੀਂ ਅੰਦਰਲੀ ਨੇ ਰੱਜਣਾ। ਉਹ ਤਾਂ ਲੱਕੜਾਂ ਪਾ ਰਹੀ ਆ, ਜਿਹੜੇ ਇੱਥੇ ਸਾਰੇ ਇੰਦਰੀਆਂ ਦੇ ਭੋਗ ਕਰੀ ਆ, ਲੱਕੜਾਂ ਪੈਣ। ਲੱਕੜਾਂ ਅੱਗ ਤੇ ਅੱਗ ਤਾਂ ਅੱਗੇ ਹੀ ਬਣਨ ਲੱਗੀ ਆ, ਤੇ ਹੋਰ ਲੱਕੜਾਂ ਪਾਈ ਜਾਂਦਾ, ਹੋਰ ਭਾਂਫੜ ਬੜੂਗਾ। ਕਿਸੇ ਨੇ ਵਿਸ਼ੇ ਵਿਕਾਰਾਂ 'ਚੋਂ ਤਸੱਲੀ ਕੀਤੀ ਆ, ਤਾਂ ਹੀ ਤਾਂ ਮਾਰੇ ਕਹਿੰਦੇ ਛੱਡ ਦੇ ਇਹਨਾਂ ਨੂੰ। ਇਹ ਬਾਹਰੇ ਵਿਸ਼ੇ ਵਿਕਾਰ ਕਿਉਂ ਛਡਾਈ ਜਾਂਦੇ ਆ? ਮਾਰੇ ਤੇਰਾ ਫਾਇਦਾ ਕਰਦੇ ਨੇ, ਕਿਉਂ ਤੂੰ ਉਹਦੀ ਇਸਤਰੀ ਹੈ, ਤੈਨੂੰ ਲੁੱਟਦੇ ਆ, ਉਹ ਤੇਰੀ ਰੱਖਿਆ ਕਰਦੇ ਆ। ਜੀਵ ਇਸਤਰੀ ਦੀ, ਆਪਦੀ ਇਸਤਰੀ ਦੀ ਰੱਖਿਆ ਕਰਦੇ ਆ। ਹੁਣ ਸਾਡੀ ਪਤੀ ਕੀ ਹੁੰਦਾ? ਪਤੀ ਹੁੰਦਾ ਜਿਹੜਾ ਇਸਤਰੀ ਦੀ ਪੱਤ ਰੱਖਣ ਵਾਲਾ ਹੋਵੇ, ਉਹਨੂੰ ਪਤੀ ਕਹਿੰਦੇ ਆ। ਮੈਂ ਤੇਰੀ ਅੱਜ ਤੋਂ ਤੇਰੀ ਮੈਂ ਇੱਜ਼ਤ ਰੱਖੂਗਾ, ਉਹ ਪਤੀ ਹੈ। ਪਤਨੀ ਹੁਕਮ ਮੰਨਣ ਵਾਲੀ ਹੁੰਦੀ ਆ ਪਤੀ ਦਾ, ਉਹ ਇੱਜ਼ਤ ਦੀ ਰਾਖੀ ਰੱਖਣ ਵਾਲੀ ਆ। ਸਾਡੀ ਹੁਣ ਇੱਜ਼ਤ ਇੱਥੇ ਇਹਨੇ ਰੋਲੀ ਪਈ ਆ। ਹੁਣ ਗੁਰੂ ਸਾਹਿਬ ਨੇ ਸਾਡੀ ਪੱਤ ਰੱਖਣ ਲਈ ਸਾਨੂੰ ਸਿਰ ਤੇ ਹੱਥ ਰੱਖ ਕੇ ਜਗਾਇਆ, ਜਗਾ ਕੇ ਸਾਡੀ ਹੁਣ ਹੌਲੀ ਹੌਲੀ ਸਾਡੀ ਇੱਜ਼ਤ ਵਧਾ ਰਹੇ ਨੇ, ਪੱਤ ਵਧਾ ਰਹੇ। ਸਾਨੂੰ ਜਿਹੜੀਆਂ ਬੇਇੱਜ਼ਤੀ ਕਰਦੀਆਂ ਚੀਜ਼ਾਂ ਨੇ ਉਹ ਸਾਤੋਂ ਛਡਾ ਰਹੇ ਆ। ਕਹਿੰਦੇ ਤਾਂ ਤੇਰੀ ਬੇਪੱਤੀ ਕਰਦੇ, ਤੇਰੇ ਨੁਕਸਾਨ ਕਰਦੇ, ਤੂੰ ਇਹਨਾਂ ਨੂੰ ਛੱਡੇਂਗੀ ਤਾਂ ਮੇਰੇ ਨਾਲ ਪਿਆਰ ਪਊ। ਜੇ ਤੂੰ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਕਰੇਂਗੀ ਤਾਂ ਤੇਰੇ ਪੱਤ ਰਹਿਣੀ ਆ। ਬਾਬਾ ਬੋਲੀਏ ਪੱਤ ਹੋਏ ਤਾਂ ਰਹਿਣੀ ਆ ਪੱਤ ਤੇਰੀ, ਨਹੀਂ ਤਾਂ ਇਹ ਪੱਤ ਤੇਰੀ ਉਘੇੜ ਦੇਣੀ ਆ ਇਹਨਾਂ ਨੇ। ਇਹ ਵਾਹਿਗੁਰੂ ਵਾਹਿਗੁਰੂ ਕੀ ਕਰਨਾ? ਪ੍ਰੀਤਮ ਦੀ ਯਾਦ ਹੈ, ਪਤੀ ਦੀ ਯਾਦ ਹੈ। ਇਹ ਇਕੱਲਾ ਵਾਹਿਗੁਰੂ ਸ਼ਬਦ ਨਹੀਂ ਹੈ, ਗੁਰੂ ਨਾਨਕ ਪਤੀ ਦੀ ਯਾਦ ਹੈ। ਗੁਰੂ ਨਾਨਕ ਜਦੋਂ ਅਸੀਂ ਵਾਹਿਗੁਰੂ ਕਹਿੰਦੇ ਆ ਤਾਂ ਗੁਰੂ ਨਾਨਕ ਨਾਲ ਪਿਆਰ ਕਰਦੇ ਆ। ਬੇਸ਼ੱਕ ਉਹ ਹਜੇ ਨਹੀਂ ਕਰਦਾ ਉਹ ਸਾਨੂੰ, ਕਿਉਂ? ਆਗੇ ਸ਼ਹਿ ਪਾਵਾਂਗੇ ਨਾ ਪਾਵਾ, ਕਈ ਵਾਰ ਆਉਂਦਾ ਹੀ ਨਹੀਂ ਕੋਈ ਗੱਲ ਵੀ ਮੂਹਰੇ, ਕਿਉਂ? ਹਜੇ ਸਾਡੇ ਵਿੱਚ ਆਕੜ ਆ, ਆਕੜ ਨਾਲ ਪਿਆਰ ਕਰਨ ਲੱਗਦੇ ਆ। ਵੀ ਵਾਹਿਗੁਰੂ ਤੋਂ ਸੌਣ ਚੌੜਦੇ ਆ ਵੀ ਤੇਰਾ ਨਾਂ ਲੈਣ ਲੱਗੇ ਆ, ਪਿਆਰਾ ਨਹੀਂ ਲੱਗਿਆ ਅਜੇ, ਆਸਾਨ ਚੜ੍ਹਦੇ ਆ ਬਈ ਅਸੀਂ ਤਾਂ ਨਾਮ ਜਪਦੇ ਹਾਂ। ਇਹ ਤੈਨੂੰ ਕਿਹਾ ਕਿਹਨੇ ਆ? ਤੂੰ ਇਹ ਤੋਂ ਹੌਲੀ ਹੌਲੀ ਜਿਹੜੀਆਂ ਚੀਜ਼ਾਂ ਛੱਡਣ ਨੂੰ ਕਹਿੰਦੇ ਉਹ ਛੱਡ ਕੇ ਤੇ ਫੇਰ ਨਾਮ ਜਪ। ਉਹ ਨਹੀਂ ਅਸੀਂ ਛੱਡਣੀਆਂ, ਤੇਰਾ ਨਾਂ ਲਵਾਂਗੇ। ਇਹ ਦੁਵਿਧਾ ਚ ਜਿਉਂ ਰਿਹਾ, ਨਾਲੇ ਮਾਇਆ ਪੱਖੀ ਖੇਡ ਰਿਹਾ, ਨਾਲੇ ਪਤੀ ਵੱਲ ਨੂੰ ਦੋਹੀਂ ਪਾਸੇ ਨਾ ਉਰਵਾਰ ਨਾ ਪਾਰ, ਕਿਸੇ ਜੋਗੀ ਵੀ ਨਹੀਂ ਰਹਿਣੇ ਉਹਨੇ। ਇੱਕ ਪਾਸਾ ਛੱਡਣਾ ਪੈਣਾ ਹੈ, ਝੂਠਾ ਪਾਸਾ ਛੱਡਣਾ ਪੈਣਾ, ਇੱਕ ਪਿਆਰ ਤਿਆਗਣਾ ਪੈਣਾ। ਜਿਹਨੂੰ ਪਿਆਰ ਪਹਿਲਾਂ ਹੁਣ ਪਾਇਆ, ਸਾਡਾ ਦਿਖਾਂਤ ਇਹ ਹੈ ਅਸੀਂ ਪਹਿਲਾਂ ਪਿਆਰ ਪੈ ਗਿਆ ਸਾਡਾ, ਹੁਣ ਉਹਨੂੰ ਛਡਾ ਰਹੇ ਨੇ, ਤਾਂ ਕਰਕੇ ਮਿਹਨਤ ਦੀ ਲੋੜ ਆ। ਤੇ ਪਿਆਸੇ ਭਰੇ ਪਏ ਆ, ਆਸਾਂ ਆਗੇ ਸ਼ਹਿ ਪਾਵਾਂਗੇ ਨਾ,
क्या जाना क होएगी री माई, हर दर्शन बिन रहन ना जाई। ये गुरु साहब फिक्र पिया हुण कदे किसी नूं चिंता लगी है भी मैं रब नूं विछड़ी हाँ, प्रीतम नूं विछड़ी हाँ, धक्के खांदी फिरदी हाँ। चिंता सब तो फिक्र ये होना चाहिए भी किवें मैनूं मिले। होर चिंता सारियां त्याग देनियां चाहिदियां, आह चिंता होनी चाहिए। मेरा कहंदे ने मैनूं तां ये फिक्र पिया माई बई मेरा बनू की, क्या जाना क्या होएगी री माई, मेरे नाल बनना की है। तां मैनू प्रीतम ने यह भी समझा दिता भी जमदूत ने तेनू जम ला देना गां गई दा। तू इत्थे भी नंगी तुरी फिरदी है, केसा तो खराड़ी दे अगे तो नंगी करना ही करना तेनू। इत्थे भी सिर ढक के नहीं राजी। देखो देखो किन्नी ओहदे मगर लगी है, कमली हुई हुई, इन्नी माया नू प्यार करदी है, आपदे शरीर नू फैशन करती है, शिकार करती है सारा दिन। मारे कही जाते हैं ये सारा मृतक शिकार है, मरे हुए नू शिकार करी जानी है। तू जिउनी आ, विचों जिउंदी हुई जिहड़ी जीव आत्मा मनमुख इस्तरी है, दुहागण उहनूं कहिंदे आ, मनमुख नूं सुहागण कह रहे ने गुरमुख नूं। दुहागण इस्तरी है जिहड़ी वो सारा दिन शिकार बाहरले शरीर का ही करती है। लोकां वे हौसू भी सूहा बेस करी, बाहर लाल कपड़े पहन के कहती है मैं सुहागण हाँ। बेसी सौ ना पाई है। ये बेसा नाल सौ नहीं मिलना, असल सू अंदरों अंदरों कोई ਉਹ ਕੀ ਹੈ महाराज, अंदरों भी लाल, हाँ अंदरले लाल कपड़े, अंदरों सुहागण दे वो सुहागण गिणदा है। हाँ सुख भी सुहाग सुहागण, हाँ साहू सुहाग सुहागण, जां मन लै सच्चा नाओ। आ देख आ वा सुहागण का अंदरों सुहागण बनते लाली। पहली गल तां प्रीतम का नाम मन लवें, वो लै लवें, गुरु साहब ने देता सन प्रीतम का नाम, प्रीतम ने आप ही दे दिता। वो ते विश्वास लियावें, मन लें भी मेरे प्रीतम का सच्चा नाम आ। बहुत दुनिया सारी जे अमृत भी छक लेंदी है ना, तो देख लियो झाटी मारियो, वाहिगुरू शब्द ते विरुद्ध है, उन्होंने जपण नहीं दिंदी। इत्थे पातशाह कहते सारी गल ही उहदे नाल बननी है। सतगुर अपना मनाए लै, दूजी गल की करनी है सुहागण बन लई। अपने सतगुर नूं मना, गुरु नानक नूं, फिर की वो रूप चढ़ी तो अगला तेरे तो आ रूप चढ़ू, अंदरला अंदरला रूप, दूजा नहीं था, होर कोई थां नहीं है जिथों रूप चढ़ जे। गुरु नानक तो बगैर तेरा प्रीतम का रूप अंदरला जिहड़ी उहनूं पसंद आउणी है, जिहड़ी रूपवंत गुणा वाली सोहणी, वो सतगुर नूं मना। पहला सतगुर नूं किवें मनावां भाई? आ देखो हुण आप सतगुर नूं किवें मनाउणा, पातशाह वो भी दसदे आ। ओह सावधान अपने गुर सिओ, गुरु नूं याद करदे होणा। गुरु का नाम, प्रीतम का नाम आपां गुरु ही कहने आ। वाहिगुरू प्रीतम का नाम तो प्रीतम का आपां कदे नहीं कहा, गुरु कहने, गुरु नानक, क्यों प्रीतम उही है ना। आए दे हुण समझाउण लगे आ। अपने गुरु नानक दे सामने सन्मुख सावधान हो। जिहड़ा सावधान शब्द है ना, ये कोई ये नहीं भी शरीर नूं जी असीं चौंकड़ी मार के आए सावधान होवो फलाना होवो, ना 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 ना। सावधान रहना है काम करो लो मोह हंकार तो, जिवें कहते हैं काशन, ये तो बचो। उन्हां तो सावधान होके गुरु नानक नूं जपी,
फिर सावधान एकागर चीज का मतलब फिर एकागर करी मन नूं, पहला सावधान इन्हां तो भी रही। आ डकैत चोर ने पासी, उन्हां तो सावधान। तां प्रभ की उस्तत करो संत मीता, सावधान एकागर जीत। उन्हां तो सावधान रहना, उन्होंने तेनों जफन नहीं देना, उन्होंने तेनों एकागर नहीं होण देना। की होऊ पातशाह गुरु नानक नूं जपिया ते ऐन सावधान होया ते आसा मनसा पूर्ण होवे। आसा मनसा साडियां किहड़ियां ने? रब नाल मिलण दी, यही आस रखनी चाहिए। एक आस राखो मन माए, सर्व रोग नानक मिट जाए। सारे रोग मिट जाण जिहदे नाल वो आस रखनी चाहिए। दूजी तो आस एवें गलत ने सारियां आसां। ते मन की जिहड़ी अंदरली फुरना है वह भी तेरा पूरा हो, सारी पूर्ण हो। जिहड़ा कुछ मन च कहेगा वो सारा पूछा हो, जे तू गुरु नानक नूं जपेगा। पाइए सर्व निधान गुर स्यों, आ फायदे होणगे। पहला तो सारा अमृत का खजाना तैनूं गुरु तो मिल जू। जे तू गुरु नानक जाओ, तेरिया सारिया आसां तेरिया पूरियां हो जानियां। तेरिया दर्शनां की प्यास भी तेरी खत्म कर दू पूरी। यही है ना दर्शनां की आस साडी। पर थोड़े जिहा गल्लां समझ इस शब्द समझाउण लगे ने। सगल सियाणप छाड़, ये किवें होणगीआं? सावधान किवें होना? गुरु नूं किवें ध्याउणा है? क्यों? मैनू दर्शनां की प्यास है। हर दर्शन में रहन ना जाई, वो तो पूरी करनी है मैं। किवें होऊ? सारी दुनियावियां सियाणपां छड्ड दे। सियाणपां ने मारिया पिया बंदा जिद्दण दा आया। हजारां सियाणप, सगल सियाणप छाड़। महाराज ने कह दो सारियां सियाणपां छड्ड दे। सारियां सियाणपां जिद्दण दा रब नूं भुल के आया तो शरीर दियां ही ने, इत्थे पढ़ाई दियां ही ने, इत्थे दियां सब कुछ ने। मैं ऐ कर लूँ, ऐ करूँ, ऐ करूँ, ऐ करूँ। सियाणा फिर रब वल नूं भी सियाणपना ही लभण लग जांदा उहनूं। मारे कहंदे सहज सियाणपा लख होए तां एक ना चले, नाल एक नहीं जानी तेरे नाल। इस सचारा बण दे चारे लक्षण दसे हुए। प्रीतम नूं बन गई, प्रीतम बन गई, उदों ये लक्षण दसे ने भी सियाणपां छड्डणियां पैणीआं। की करा फिर महाराज? कर सेवा सेवक भज साज, सेवक बन जा गुरु साहब दा ते सेवा कर साज। सेवक बन के जिवें दूजे पातशाह बने सी। साडे कोल उदाहरणां दे के गए ने पातशाह, नहीं उन्होंने गुरु नानक तो उदों ही बना दे, सेवक पुणा सिखा के गए। उदों हुक्म मनना सिखा के गया। दूए च आपदी कोई सियाणप नहीं। कोई इत्थों तक फुरना भी नहीं उठिया भी किते दरख्त नूं किते मठियाई लगी आ। बाबे ने कहता झाड़ लो, अज मठियाई नहीं है, लंगर च नहीं बनिया तो दरख्त झाड़ ला, उथों मठियाई डिग पू। एक फुरना नहीं आया भी बाबे नानक दी जेड़े गल्लां आपां तां 20 फुरने बना लेने सी। देखो दरख्त नूं इत्थे हुण फुरने नहीं बना रहे। मुक्का किवें घुम गया, फलाना किवें हो गया। ये सियाणपां ने सारियां आप दियां। बाबा सियाणपां तो उत्ते आ। इत्थों दुनियावी सियाणपां सारियां छड्डणियां पैंदियां तां बाबे दी वाहिगुरू याद आउंदा है, तां हौमे अंदरों खत्म होनी आ। दूजा पॉइंट, तीजा पॉइंट, अपना आप सगल मटाए दे। आ काम औखा है, ये नहीं मिट रहा। मैं तो आप दे सोचता होना सच्चे पातशाह असीं इस शरीर च भी नाम जपदे हाँ तां भी कहने असीं शरीर च बैठे हाँ। शरीर तो भुल नहीं हुंदा, शरीर सुरती नहीं लगती।
ਇਹ ਆਪਣਾ ਆਪ ਆ, ਇਹ ਦੂਜਾ ਆਪਣਾ ਆਪ ਆ ਵੀ ਆ ਮੈਂ ਹਾਂ। ਨਾਮ ਵੀ ਜਪਦੇ ਤੇ ਮੈਂ 'ਚ ਜਪਦੇ ਆ, ਤਾਂ ਹੀ ਸਾਨੂੰ ਰਸ ਨਹੀਂ ਆਉਂਦਾ। ਮਹਾਰਾਜ ਕਹਿੰਦੇ ਆਪਣਾ ਆਪ ਮਿਟਾਏ ਦੇ, ਮਨ ਚਿੰਦੇ ਸੇ ਹੀ ਫਲ ਪਾਏ, ਸਗਲ ਮਿਟਾਏ। ਉਹੀ ਜਿੰਨੇ ਮਨ ਦੀਆਂ ਇੱਛਾ ਤੇਰੀਆਂ ਸਾਰੀਆਂ ਤੂੰ ਫਲ ਪਾ ਲੇਗਾ। ਦੂਜਾ ਨਾ ਹੀ ਜਾਣੇ ਕੋਏ, ਇੱਥੇ ਸ੍ਰਿਸ਼ਟੀ ਵਿੱਚ ਦੂਜਾ ਨਾ ਕੋਈ ਸਮਝ ਨਹੀਂ ਪ੍ਰੀਤਮ ਤੋਂ ਬਗੈਰ। ਆ ਵੀ ਨਾਲ ਸਮਝਾ ਤਾ, ਇੱਥੇ ਨਾ ਦੂਜਾ ਹੋਇਆ, ਇੱਕੋ ਦਾ ਖੇਲ ਹੈ, ਇੱਕੋ ਹੀ ਪ੍ਰੀਤਮ ਹੈ ਸਾਰੀ ਸ੍ਰਿਸ਼ਟੀ ਦਾ, ਸਾਰੀ ਜੀਵ ਆਤਮਾ ਦਾ, ਸਾਰੀ 84 ਚ ਘੁੰਮਦੀਆਂ ਜਿਹੜੀਆਂ ਉਹ ਵੀ ਰੂਹਾਂ। ਮਹਾਰਾਜ ਉਹ ਕੀ ਹੈ? ਸਤਿਗੁਰ ਨਿਰੰਜਨ ਸੋਏ, ਉਹੀ ਗੁਰੂ ਨਾਨਕ ਉਹੀ ਆ। ਦੇਖੋ ਸਾਨੂੰ ਸਮਝਾ ਦੇ, ਮਨੁੱਖ ਕਾ ਕਰ ਰੂਪ ਨਾ ਜਾਣ, ਉਹਨੂੰ ਮਨੁੱਖ ਨਾ ਸਮਝੀ। ਜੇ ਪ੍ਰਗਟ ਹੋ ਗਿਆ ਤੇਰੀ ਖਾਤਰ ਤਾਂ ਤੂੰ ਮਨੁੱਖ ਨਾ ਸਮਝ ਲਈ ਉਹਨੂੰ। ਅੱਜ ਸਾਰੀਆਂ ਮਨੁੱਖ ਦੀਆਂ ਕਹਾਣੀਆਂ ਬਣਾਈਆਂ ਗੁਰੂ ਸਾਹਿਬ ਦੀਆਂ। ਮਿਲੀ ਨਿਮਾਣੇ ਮਾਣ, ਨਿਮਾਣਾ ਹੋ ਕੇ ਗੁਰੂ ਨਾਨਕ ਦੇ ਕੋਲੋਂ ਕੋਈ ਪ੍ਰਾਪਤ ਕਰ ਸਕੇਗਾ। ਜੇ ਇਹ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ ਨਿਮਾਣੇ ਦੀ। ਨਹੀਂ ਜੇ ਆਪਦੇ ਆਪ ਦੀ ਹੰਕਾਰ ਜਾਂ ਅਪਮਾਨ ਕਿਸੇ ਚੀਜ਼ ਦਾ ਰੱਖੇ ਤਾਂ ਗੁਰੂ ਨਾਨਕ ਕੋਲ ਕੁਝ ਨਹੀਂ ਮਿਲਣਾ। ਮਨੁੱਖ ਨਾ ਸਮਝੀ, ਗੁਰ ਕੀ ਹਰ ਟੇਕ ਟਕਾਏ। ਗੁਰੂ ਨਾਨਕ ਦੀ ਇੱਕ ਐਨ ਟੇਕ ਆਸਰਾ ਰੱਖੀ, ਗੁਰੂ ਨਾਨਕ ਹੀ ਰੱਬ ਹੈ, ਉਹਨੂੰ ਬੰਦਾ ਨਾ ਸਮਝੀ। ਦੇਖੋ ਆਹ ਸਮਝਾ ਰਹੇ ਆ ਸਭ। ਆਸਾ ਵਰੇ ਲਾਹੇ, ਸਾਰੀਆਂ ਆਸਾਂ ਹੋਰ ਤਿਆਗ ਦੇ। ਹੁਣ ਉੱਥੇ ਸਿਆਣਪਾਂ ਦੱਸਿਆ ਸੀ, ਇੱਥੇ ਆਸਾਂ ਵੀ ਲਾ ਦੇ। ਹੋ ਆਸਾਂ ਬੜੀਆਂ, ਸਾਡਾ ਮੁੰਡਾ ਪੜ੍ਹ ਜੂ, ਅਸੀਂ ਐਂ ਕਰਾਵਾਂਗੇ, ਇਹਨੂੰ ਐਂ ਕਰਾਵਾਂਗੇ, ਐਂ ਕਰਾਂਗੇ, ਮੈਂ ਐਂ ਕਰੂੰਗਾ। ਆਸਾ ਦੇਖੋ ਕਿੰਨੀਆਂ ਅੰਦਰ ਨੇ ਅੰਦਰ। ਮਾਰੇ ਕਹੀ ਜਾਣਾ ਤੂੰ ਹੁਕਮਨਾਮੇ ਰਹੀ ਆਸਾ ਮਨਸਾ ਬੰਧਨੀ ਭਾਈ, ਸਾਨੂੰ ਤਾਂ ਬੰਧਨ ਦੀਦੇ ਨਹੀਂ। ਆਸਾ ਪਰ ਲਾਹੇ, ਸਾਰੀਆਂ ਆਸਾਂ ਲਾ ਦੇ। ਫਿਰ ਹਰ ਕਾ ਨਾਮ ਮੰਗ ਨਿਧਾਨ, ਆ ਗੁਰੂ ਨਾਨਕ ਤੋਂ ਮੰਗਿਆ ਕਰ ਬਈ ਮੈਨੂੰ ਪਾਤਸ਼ਾਹ ਖਜ਼ਾਨਾ ਨਾਮ ਦਾ ਦੇ ਦੇ, ਤਾਂ ਦਰਗਾਹ ਪਾਵੇ ਮਾਣ, ਤਾਂ ਦਰਗਾਹ 'ਚ ਸੱਚਖੰਡ ਵਿੱਚ ਤੈਨੂੰ ਇੱਜ਼ਤ ਮਿਲਣੀ ਹੈ। ਸ਼ਾਰਟ ਕੱਟ ਹੁਣ ਆਪਾਂ ਨੂੰ ਕਰਨਾ ਪੈ ਗਿਆ। ਇਹ ਭਗਤ ਗੁਰ ਕਾ ਸ਼ਬਦ ਜਪ ਮੰਤ ਗੁਰ ਵਾਹਿਗੁਰੂ ਸ਼ਬਦ, ਇਹ ਆ ਭਗਤ ਸਾਰ ਤੱਤ। ਇਹ ਭਗਤੀ ਇਹਦੇ ਨਾਲ ਹੋਣੀ ਹੈ, ਭਗਤੀ ਦੀ ਸਾਰ ਆ, ਇਸੇ ਨਾਲ ਹੀ ਭਗਤੀ ਕਰਨੀ ਆ। ਸਤਿਗੁਰ ਪਏ ਦਿਆਲ, ਸਤਿਗੁਰੂ ਦਿਆਲੂ ਹੋਊਗਾ ਤੇ ਸਾਰਾ ਕੁਝ ਹੋਊਗਾ। ਨਾਨਕ ਪਏ ਦਿਆਲ, ਉਹ ਪ੍ਰੇਮ ਰਸ। ਹੁਣ ਉਹ ਕਹਿੰਦੀ ਮੈਨੂੰ ਦਰਸ਼ਨ ਦਾ ਮਿਲੇ ਨਹੀਂ। ਪ੍ਰੇਮ ਰਸ ਤਿਸ ਨਾ ਬੁਝਾਣੀ, ਮੇਰੀ ਤੇ ਨਹੀਂ ਬੁੱਝੀ। ਕਰ ਲਈਏ ਸ਼ਬਦ ਪੂਰਾ। ਜੋਬਨ ਗਿਆ ਧਨ ਪਛਤਾਣੀ, ਮੇਰੀ ਤਾਂ ਉਮਰ ਲੰਘ ਗਈ। ਜਿਨੀ ਰੰਗ ਕੰਤ ਨਾ ਰਾਵਿਓ, ਆ ਸੁਣਿਓ, ਪੱਛੋ ਰਾਤ ਆਣੀ, ਉਹ ਪਛਤਾਵਾ ਕਰੂਗੀ ਬਹੁਤ। ਜਿਹਨੇ ਹਾਂ ਹੁਣ ਤਾਂ ਜੀ ਅਸੀਂ ਕੀ ਲੈਣਾ ਰੱਬ ਤੋਂ। ਜ਼ਿੰਦਗੀ ਵੀ ਤੇ ਬੁਢਾਪੇ 'ਚ ਪਛਤਾਵਾ ਸ਼ੁਰੂ ਹੋ ਜਾਂਦਾ, ਮੇਰੇ ਤੋਂ ਨਾਮ ਨਹੀਂ ਜਪਿਆ ਗਿਆ। ਇਹ ਹੈ ਬੁਢਾਪੇ ਦੀ ਗੱਲ। ਹਜੇ ਪਛਤਾਉਂਦਾ ਬੰਦਾ, ਦੁਖੀ ਹੋਇਆ ਬਹੁਤ ਪਛਤਾਉਂਦਾ, ਉਹਦਾ ਨਾਮ ਵੀ ਲੈਣ ਦਾ ਉਦੋਂ ਹੁੰਦਾ ਨਹੀਂ। ਹੱਥ ਮਰੋੜੇ ਸਿਰ ਧੁੰਨਣ, ਜਬ ਰਹਿਣ ਬਿਹਾਣੀ, ਜਦ ਸਾਰੀ ਉਮਰ ਲੰਘ ਗਈ ਉਦੋਂ ਸਿਰ 'ਚ ਮਾਰੇਗਾ ਮੱਥੇ ਤੇ ਹੱਥ। ਵਿਆਹ ਕੀ ਕਰ ਬੈਠੀ ਮੈਂ, ਮੇਰਾ ਤਾਂ ਇੱਥੇ ਕੋਈ ਵੀ ਨਹੀਂ ਹੈ। ਬੁਢਾਪੇ ਨੂੰ ਇੱਥੇ ਪੁੱਛਦਾ ਕੋਈ?
बुढ़े हुए कोई बिरला सरबन पुत है नहीं, सब देखो किवें छड्डे हुए ने उन्होंने। हुण उन्हां नूं हाल पुछो जाके। पछोतावा ना मिले हुणे शरीर छड्ड दिता। हुण वो सारी 84 लाख जून च जमदूत की कुट ते 84 लाख सारी च पछतावा। जब रहन बिहावी सारी रहन बिहावी सारी सारी करोड़ां बरे की उम्र आ गए। सा प्यारा तां राविया जब आवेगी बारी। करोड़ां बाद बारी आई है प्रीतम का रस पीण दी। फिर तेनों उदों सारी 84 भुगत के होर फिर बारी मिलूगी। कदों मिलूगी? जब चूकेगी सारी। जदों पहली सारी मुक गई उदों जमदूत दे कोले सिर मार के हथ मार के रोएगी। अजों जाग आस प्यासी जाग। जागण वाले ने पातशाह ने सानू जगाया होया है। जागते रहना है सारा दिन। जागते की तो रहना है। जिहड़े डाकू चोर ने जिन्होंने पहला मित्रता पाई हुई सी वो लुट्टण वाले ने, वो साडी इज्जत लुट्टण वाले ने। पति बचाउण वाला है, पति सानू सिक्ख्या दे रहा है। गुरु नानक साडी पत रखण वाला है, असीं ओदी परवाही नहीं करते। साडी इज्जत लुट्टण दे कोई सानू विखे रस लै रहण दे स्वाद। भई 89 बहुत हुण कदे आसां तो निराश होया कदे जिहड़ा इंसान जिहड़ा उहनूं रब मिलना है। रहत निरासी भाई वो अदासी रहत निरासी आसां तो सुन। आस नहीं कोई रखनी जे रब नूं मिलना है। ते माया वालों अदास हो जाना है भी इत्थे तो रहना नहीं, इत्थे तो कोई चीज़ मेरी नहीं। हौमे खोए करे शिंगार। महाराज ने एक लाइन लिख दी थी परंतु बहुत बड़ा पॉइंट आ। कहती आ शिंगार कर हौमे नूं खत्म कर तां सेजे रवे पतार तां आऊ पति तेरे। नानक कंते मन भावै छाट बढ़ाई अपने खसम समावै। सारी मान वडियाई छड्ड दे तां रब च मिलेगी। गुरु साहब कृपा करन। श्वास सच्चे पातशाह तुसी जगाई रखो। श्वास अपना नाम जपाई रखो। आशीर्वाद सिर ते हथ रखो। सच्चे पातशाह मेहर करो। भुल चुक अखर वाधा घाटा भुल चुक दी माफ़ी। वाहिगुरू जी का खालसा वाहिगुरू जी की फतेह।